हाँ जी, स्वागत है जी 8th क्लास ਦੇ ਵਿਦਿਆਰਥੀਆਂ ਦਾ। ਅੱਜ ਆਪਾਂ ਇਸ ਦੇ ਵਿੱਚ ਚੈਪਟਰ ਨੰਬਰ 8 ਕਰਾਂਗੇ, ਸੈੱਲ ਸਟਰਕਚਰ ਐਂਡ ਇਟਸ ਫੰਕਸ਼ਨ। ਸੈੱਲ ਬਣਤਰ ਅਤੇ ਕਾਰਜ। ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦੀ ਬਣਤਰ ਕੀ ਹੈ ਤੇ ਉਹਨਾਂ ਦੇ ਕੰਮ ਕੀ ਨੇ, ਇਹ ਚੀਜ਼ਾਂ ਪੜਾਂਗੇ। ਸੈੱਲ ਬਣਤਰ ਅਤੇ ਉਹਨਾਂ ਦੇ ਕੰਮ ਮਤਲਬ ਕਿ ਕਾਰਜ। ਠੀਕ ਹੈ ਜੀ, ਤੁਹਾਡਾ ਚੈਪਟਰ ਨੰਬਰ 8 ਹੈ ਬੁੱਕ ਦੇ ਵਿੱਚ। ਪੰਜਾਬੀ ਇੰਗਲਿਸ਼ ਦੋਹਾਂ ਦੇ ਵਿੱਚ ਪੜਾਂਗੇ ਆਪਾਂ, ਜਿਹੜਾ ਮੀਡੀਅਮ ਹੈ। हाँ जी, सब तो पहला आप देखांगे डिस्कवरी ऑफ सैल्स। सैल की डिस्कवरी, सैल की चीज़ है, सैल की डिस्कवरी कितों हुई। तो जोड़ा रॉबर्ट हुक इन 1665 1665 ਦੇ ਵਿੱਚ ਰੋਬਰਟ ਹੁੱਕ ਨੇ ਓਬਜ਼ਰਵ ਕੀਤੀ ਇੱਕ ਸਲਾਈਸ ਆਫ ਕੌਰਕ। ਇਹ ਇੱਕ ਲੱਕੜ ਦਾ ਪੀਸ ਹੁੰਦਾ ਕੌਰਕ, ਉਹਦਾ ਇੱਕ ਉਹਨੇ ਟੁਕੜਾ ਲਿਆ, ਉਹਨੂੰ ਮਾਈਕਰੋਸਕੋਪ ਦੇ ਅੰਡਰ ਉਹਨੇ ਓਬਜ਼ਰਵ ਕੀਤਾ। ਇੱਕ ਮੈਗਨੀਫਾਈਂਗ ਡਿਵਾਈਸ ਸੀ ਉਹਦੇ ਕੋਲ, ਜਿਹੜੀ ਕਿ ਕਿਸੇ ਚੀਜ਼ ਨੂੰ ਜ਼ੂਮ ਕਰਕੇ ਦਿਖਾਉਂਦੀ ਹੈ, ਬੜਾ ਕਰਕੇ ਦਿਖਾਉਂਦੀ ਹੈ। ਕੌਰਕ ਕੀ ਹੁੰਦਾ, ਇੱਕ ਬਾਰਕ ਆਫ ਅ ਟਰੀ, ਇੱਕ ਪੌਦੇ ਦਾ ਹਿੱਸਾ ਹੈ। ਹੀ ਟੁੱਕ ਥਿਨ ਸਲਾਈਸ ਆਫ ਕੌਰਕ, ਉਹਨੇ ਇੱਕ ਪਤਲੀ ਸਲਾਈਸ ਕੱਟ ਕੇ ਕੀ ਕੀਤਾ, ਉਹਨੇ ਉਹਨੂੰ ਮਾਈਕਰੋਸਕੋਪ ਦੇ ਅੰਡਰ ਦੇਖਿਆ। ਹੀ ਨੋਟਿਸਡ ਪਾਰਸ਼ੀਅਨਡ ਬਾਕਸ ਔਰ ਕੰਪਾਰਟਮੈਂਟ ਇਨ ਦਾ ਕੌਰਕ ਸਲਾਈਸ। ਉਹ ਬਾਕਸ ਦੇ ਵਿੱਚ ਕੀ ਸੀ ਕਿ ਇਸ ਤਰ੍ਹਾਂ ਦੀ ਉਹਨੂੰ ਪਿਕਚਰ ਦਿਖੀ, ਜਿਹੜੀ ਇਹ ਪਿਕਚਰ ਤੁਹਾਨੂੰ ਦਿਖ ਰਹੀ ਹੈ। ਉਹਨੇ ਦੇਖਿਆ ਵੀ ਜਿਹੜਾ ਇੱਕ ਕੌਰਕ ਹੈ, ਇਹ ਇੱਕ ਅੰਦਰ ਇਹਦੇ ਹੋਰ ਇੱਕ ਇਸ ਤਰ੍ਹਾਂ ਦੀ ਸ਼ੇਪ ਉਹਨੂੰ ਦਿਖੀ, ਜਿਹਨੂੰ ਆਪਾਂ ਬੋਲਦੇ ਹਾਂ ਉਹਨੂੰ ਮਤਲਬ ਕੀ ਦਿਖਿਆ ਵੀ ਇਹ ਇੱਕ ਕੰਪਾਰਟਮੈਂਟ ਦੇ ਵਿੱਚ ਟੁੱਟਿਆ ਹੋਇਆ ਹੈ। ਇਹ ਇੱਕ ਕਾਫੀ ਸਾਰੇ ਕਿਊਬ ਨਹੀਂ ਬੋਲਦੇ ਆਪਾਂ, ਕਿਊਬ ਮਤਲਬ ਕਿ ਜਿਹਦੇ ਵਿੱਚ 6 ਕੋਨੇ ਬਕਸੇ ਹੁੰਦੇ ਨੇ, ਜਿਵੇਂ ਮਤਲਬ ਕਿ ਨਿੱਕੇ ਨਿੱਕੇ ਕਿਊਬਸ ਦੇ ਵਿੱਚ ਇਹ ਵੰਡਿਆ ਹੋਇਆ ਹੈਗਾ। ਠੀਕ ਹੈ ਜੀ, ਤਾਂ ਉੱਥੇ ਉਹਨੇ ਦੇਖਿਆ ਵੀ ਜਿਹੜਾ ਕੌਰਕ, ਜਿਹੜਾ ਉਹਨੇ ਟੁਕੜਾ ਦੇਖਿਆ, ਉਹਨੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਦੇਖਿਆ। ਲੱਗੀ ਜੀ ਸਮਝ, ਮਤਲਬ ਕਿ ਜਿਵੇਂ ਤੁਸੀਂ ਇੱਕ ਇੱਟ ਦੇਖੀ ਹੈ, ਕੰਧ ਇੱਕ ਇੱਟਾਂ ਤੋਂ ਮਿਲ ਕੇ ਬਣੀ ਹੁੰਦੀ ਹੈ। ਜਦੋਂ ਆਪਾਂ ਕੰਧ ਨੂੰ ਦੇਖਦੇ ਹਾਂ, ਉਹਦੇ ਵਿੱਚ ਇੱਟਾਂ ਹੁੰਦੀਆਂ ਕਾਫੀ ਤਰ੍ਹਾਂ ਦੀਆਂ, ਮਤਲਬ ਕਿ ਉਹ ਵੀ ਇੱਕ ਬਕਸਿਆਂ ਦੀ ਤਰ੍ਹਾਂ ਹੁੰਦੀਆਂ ਨੇ। ਐਵੇਂ ਉਹਨੇ ਜਿਹੜਾ ਕੌਰਕ ਦਾ ਟੁਕੜਾ ਸੀ, ਉਹਨੇ ਉਸ ਤਰੀਕੇ ਨਾਲ ਦੇਖਿਆ। ਠੀਕ ਹੈ ਜੀ, ਤਾਂ ਫਿਰ ਉਹਨੇ ਉਸ ਤੋਂ ਬਾਅਦ ਤਾਂ ਉਹਨੂੰ ਕੀ ਲੱਗਿਆ ਵੀ ਜਿਵੇਂ ਵੀ ਛੱਤਾ ਹੁੰਦਾ ਹੈਗਾ, ਤੁਸੀਂ ਮਧੂ ਮੱਖੀਆਂ ਦਾ ਉਹ ਦੇਖਿਆ ਛੱਤਾ, ਉਸ ਤਰੀਕੇ ਦੀ ਉਹਨੂੰ ਸ਼ੇਪ ਦਿਖੀ ਇਹਦੇ ਵਿੱਚ। ਉਹਨੇ ਦੇਖਿਆ ਵੀ ਸਾਰੇ ਇੱਕ ਨਾਲ ਦੇ ਨੇ, ਇਹ ਇੱਕੋ ਹੀ ਬਹੁਤ ਵਧੀਆ ਤਰੀਕੇ ਨਾਲ ਅਟੈਚ ਹੋਏ ਹੋਏ ਨੇ ਇੱਕ ਦੂਜੇ ਨਾਲ। ਠੀਕ ਹੈ ਜੀ, ਤਾਂ ਹੁਣ ਇਹਨੂੰ ਆਪਾਂ ਦੇਖਦੇ ਹਾਂ, ਅੱਗੇ ਪੜ੍ਹਦੇ ਹਾਂ ਆਪਾਂ। ਦੀਜ਼ ਬਾਕਸਿਸ ਅਪੀਅਰਡ ਲਾਈਕ ਏ ਹਨੀਕੌਮ, ਜਿਵੇਂ ਇੱਕ ਉਹਦਾ ਮਧੂ ਮੱਖੀਆਂ ਦਾ ਛੱਤਾ ਹੁੰਦਾ, ਉਸ ਤਰੀਕੇ ਦਾ ਸੀਗੇ ਇਹ ਬਾਕਸ ਸੀ ਜਿਹੜੇ ਸਾਰੇ। ਹੀ ਨੋਟਿਸਡ ਦੈਟ ਵਨ ਬਾਕਸ ਵਾਜ਼ ਸੈਪਰੇਟ ਫਰੋਮ ਦਾ ਅਦਰ ਬਾਈ ਏ ਵਾਲ ਔਰ ਪਾਰਟੀਸ਼ਨ। ਦੇਖੋ ਤੁਸੀਂ ਧਿਆਨ ਨਾਲ ਦੇਖੋ, ਜਿਹੜਾ ਵੀ ਇੱਕ ਬਾਕਸ ਹੈ, ਇਹ ਦੂਜੇ ਬਾਕਸ ਤੋਂ ਅੱਡ ਹੋਇਆ ਹੋਇਆ ਇੱਕ ਕੰਧ ਰਾਹੀਂ। ਦੇਖੋ ਅੱਡ ਬਾਕਸ ਬਣੇ ਹੋਏ ਨੇ, ਕਿਊਬਸ ਬਣੇ ਹੋਏ ਨੇ ਛੋਟੇ ਛੋਟੇ ਨਿੱਕੇ ਨਿੱਕੇ ਬਿਲਕੁਲ। ਇਹ ਜਿਵੇਂ ਇੱਕ ਆਹ ਬਾਕਸ ਹੋ ਗਿਆ, ਇਹ ਦੂਜੇ ਬਾਕਸ ਤੋਂ ਅੱਡ ਹੋਇਆ ਹੋਇਆ, ਤਾਂ ਇੱਕ ਵਿਚਾਲੇ ਦੋਹਾਂ ਦੀ ਦੀਵਾਰ ਹੈ, ਇੱਕ ਕੰਧ ਹੈ। ਕਹਿੰਦਾ ਇਹ ਇੱਕ ਵਾਲ ਜਾਂ ਫਿਰ ਪਾਰਸ਼ਨ ਨਾਲ ਅੱਡ ਹੋਇਆ ਹੋਇਆ। ਹੁੱਕ ਕੁਆਇੰਟ ਦੈਮ ਦਾ ਟਰਮ ਸੈੱਲ ਫॉर ਈਚ ਬਾਕਸ। ਉਹਨੇ ਇੱਕ ਬਾਕਸ ਨੂੰ ਕੀ ਬੋਲਤਾ, ਸੈੱਲ। ਠੀਕ ਹੈ ਜੀ, ਇੱਕ ਬਾਕਸ ਨੂੰ ਉਹਨੇ ਕੀ ਬੋਲਤਾ, ਸੈੱਲ। ਵਟ ਹੁੱਕ ਓਬਜ਼ਰਵਡ ਐਜ਼ ਬਾਕਸਿਸ ਔਰ ਸੈੱਲਸ ਇਨ ਦਾ ਕੋਕ ਵਾਰ ਐਕਚੁਅਲੀ ਡੈਡ ਸੈੱਲ। ਉਹਨੇ ਦੇਖਿਆ ਵੀ ਜਿਹੜੇ ਸੈੱਲ ਨੇ ਸਾਰੇ ਇਹ ਕੀ ਨੇ, ਡੈਡ ਸੈੱਲ ਨੇ, ਮਰੇ ਹੋਏ ਸੈੱਲ ਨੇ, ਮ੍ਰਿਤਕ ਸੈੱਲ ਨੇ। ਤਾਂ ਇਸ ਤਰੀਕੇ ਨਾਲ ਸੈੱਲ ਦੀ ਖੋਜ ਹੋਈ। ਪਰ ਉਸ ਟਾਈਮ ਦੇ ਜਿਹੜੇ ਮਾਈਕਰੋਸਕੋਪ ਸੀ, ਉਹ ਇੰਨੇ ਸੁਪੀਰੀਅਰ ਕੁਆਲਿਟੀ ਦੇ ਨਹੀਂ ਸੀਗੇ, ਤਾਂ ਕਰਕੇ ਇਹ ਚੀਜ਼ ਨੂੰ ਹਜੇ ਟਾਈਮ ਹੋਰ ਕੀ ਲੱਗ ਗਿਆ, ਮਤਲਬ ਕਿ ਇਹਨੂੰ ਚੰਗੀ ਤਰ੍ਹਾਂ ਇਹਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਲਈ। ਉਹ ਆਪਾਂ ਅੱਗੇ ਦੇਖਾਂਗੇ। ਹਾਂਜੀ, ਹੁਣ ਆਪਾਂ ਪੜ੍ਹਨਾ ਸੈੱਲ ਬਾਰੇ। ਤਾਂ ਹੁਣ ਸੈੱਲ ਹੈ ਕੀ ਹੈ। ਬੋਥ ਬ੍ਰਿਕਸ ਇਨ ਏ ਬਿਲਡਿੰਗ ਐਂਡ ਸੈੱਲਸ ਇਨ ਦਾ ਲਿਵਿੰਗ ਆਰਗੇਨਿਜ਼ਮ ਆਰ ਬੇਸਿਕ ਸਟਰਕਚਰਲ ਯੂਨਿਟਸ। ਜਿਹੜਾ ਸੈੱਲ ਹੈ, ਜਿਵੇਂ ਦੀਵਾਰ ਦੇ ਵਿੱਚ ਇੱਟਾਂ ਹੋ ਗਈਆਂ, ਕਿਸੇ ਬਿਲਡਿੰਗ ਦੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ, ਜਿਵੇਂ ਇੱਟਾਂ ਹੋ ਗਈਆਂ, ਅਤੇ ਇਹ ਇੱਕ ਸੈੱਲ ਦਾ ਇੱਕ ਪਿਆਜ਼ ਦੇ ਜਿਹੜੇ ਸੈੱਲ ਦਿਖਾਏ ਹੋਏ ਨੇ ਤੁਹਾਨੂੰ, ਪਿਆਜ਼ ਦੇ ਸੈੱਲ ਦਿਖਾਏ ਹੋਏ ਨੇ। ਸਕੂਲ ਦੇ ਵਿੱਚ ਬਹੁਤ ਵਧੀਆ ਐਕਟੀਵਿਟੀ ਨਾਲ ਤੁਸੀਂ ਦੇਖ ਸਕਦੇ ਹੋਗੇ ਮਾਈਕਰੋਸਕੋਪ ਦੇ ਵਿੱਚ ਆਪਣੇ ਅਧਿਆਪਕ ਦੀ ਸਹਾਇਤਾ ਨਾਲ। ਠੀਕ ਹੈ ਜੀ, ਇਹ ਕਹਿੰਦੇ ਦੋਨੋਂ ਸੇਮ ਚੀਜ਼ਾਂ ਨੇ, ਇਹਨੂੰ ਮਤਲਬ ਕਿ ਇਹਨਾਂ ਨੇ ਸੇਮ ਚੀਜ਼ ਦਾ ਨਾਮ ਦਿੱਤਾ। ਮਤਲਬ ਕਿ ਜਿਵੇਂ ਇੱਕ ਬਿਲਡਿੰਗ ਜਿਹੜੀ ਹੈਗੀ ਉਹ ਇੱਟਾਂ ਤੋਂ ਬਣੀ ਹੁੰਦੀ ਹੈ, ਇੱਟ ਨੂੰ ਉਹਦਾ ਕੀ ਮੰਨ ਲਿਆ ਆਪਾਂ, ਬੇਸਿਕ ਉਹ ਮੰਨ ਲਿਆ ਯੂਨਿਟ। ਐਵੇਂ ਜਿਹੜਾ ਪਿਆਜ਼ ਹੈ, ਇਹ ਵੀ ਇੱਕ ਸੈੱਲਾਂ ਤੋਂ ਮਿਲ ਕੇ ਬਣਿਆ ਹੋਇਆ, ਕਾਫੀ ਸਾਰੇ ਸੈੱਲਸ ਤੋਂ। ਦਾ ਬਿਲਡਿੰਗ ਥਰੋ ਬਿਲਡ ਆਫ ਸਿਮਿਲਰ ਬ੍ਰਿਕਸ, ਜਿਵੇਂ ਜਿਹੜੀ ਬਿਲਡਿੰਗ ਆ ਉਹ ਸੇਮ ਇੱਕ ਤਰ੍ਹਾਂ ਦੀ ਇੱਟਾਂ ਤੋਂ ਮਿਲ ਕੇ ਬਣੀ ਹੁੰਦੀ ਹੈ, ਅਤੇ ਉਹਦੇ ਜਿਹੜੇ ਉਹ ਹੁੰਦੇ ਨੇ ਡਿਜ਼ਾਈਨ ਡਿਫਰੈਂਟ ਹੁੰਦੇ ਨੇਗੇ, ਉਹਨਾਂ ਦੀ ਸ਼ੇਪ ਅੱਡ ਹੁੰਦੀ ਹੈ, ਸਾਈਜ਼ ਅੱਡ ਹੁੰਦੇ ਨੇ। ਮਤਲਬ ਕਿ ਜਿਵੇਂ ਇੱਕ ਦੀਵਾਰ 'ਤੇ ਇੱਕ ਸਕੂਲ ਬਣਿਆ ਹੋਇਆ, ਇੱਕ ਘਰ ਬਣਿਆ ਹੋਇਆ, ਉਹਨਾਂ ਦਾ ਜਿਹੜਾ ਬੇਸਿਕ ਜਿਹੜਾ ਉਹਨਾਂ ਦਾ ਸਟਰਕਚਰ ਹੈ ਉਹ ਸੇਮ ਹੈ, ਮਤਲਬ ਕਿ ਇੱਟ ਤੋਂ ਮਿਲ ਕੇ ਬਣੀ ਹੋਈ ਹੈ, ਪਰ ਉਹਨਾਂ ਦੀ ਜਿਹੜੀ ਸ਼ੇਪ ਦੇ ਵਿੱਚ ਫਰਕ ਹੈ, ਉਹਨਾਂ ਦਾ ਜਿਹੜਾ ਡਿਜ਼ਾਈਨ ਹੈ ਉਹਦੇ ਸਾਈਜ਼ ਦੇ ਵਿੱਚ ਫਰਕ ਹੈ। ਸਿਮਿਲਰਲੀ ਇਹੀ ਚੀਜ਼ ਸੈੱਲ ਦੇ ਵਿੱਚ ਹੁੰਦੀ ਹੈ। ਹੁਣ ਕੀ ਕੁਛ ਆਪਣੇ ਕੋਲ ਜੀਵ ਜੰਤੂ ਨੇ, ਪੇੜ ਪੌਦੇ ਨੇ ਅਤੇ ਮਨੁੱਖ ਹੈ। ਇਹਨਾਂ ਸਾਰਿਆਂ ਦੀ ਬਣਤਰ ਅੱਡ ਹੁੰਦੀ ਹੈ।
ਇਹਨਾਂ ਦੇ ਸ਼ੇਪ ਅੱਡ ਨੇ, ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਉਹ ਅੱਡ ਨੇ, ਸਾਈਜ਼ ਅੱਡ ਨੇ, ਪਰ ਕੀ ਹੋਇਆ, ਪਰ ਇਹ ਇੱਕ ਸਾਰੇ ਇੱਕ ਕਾਮਨ ਚੀਜ਼ ਤੋਂ ਬਣੇ ਹੋਏ ਨੇ, ਸੈੱਲ ਤੋਂ। ਸੈੱਲ ਦੀਆਂ ਵੀ ਅੱਗੇ ਟਾਈਪਸ ਆਪਾਂ ਪੜਾਂਗੇ ਆਪਾਂ, ਠੀਕ ਹੈ ਜੀ। ਸਿਮਿਲਰਲੀ ਇਨ ਦਾ ਲਿਵਿੰਗ ਵਰਲਡ ਆਰਗੇਨਿਜ਼ਮ ਡਿਫਰ ਫਰੋਮ ਈਚ ਅਦਰ ਬਟ ਆਲ ਆਰ ਮੇਡ ਅਪ ਆਫ ਸੈੱਲਸ, ਪਰ ਸਾਰੇ ਸੈੱਲਾਂ ਤੋਂ ਬਣੇ ਹੋਏ ਨੇ। ਸੈੱਲਸ ਇਨ ਦਾ ਲਿਵਿੰਗ ਆਰਗੇਨਿਜ਼ਮ ਆਰ ਕੰਪਲੈਕਸ ਲਿਵਿੰਗ ਸਟਰਕਚਰ ਅਨਲਾਈਕ ਨਾਨ ਲਿਵਿੰਗ ਬ੍ਰਿਕਸ। ਪਰ ਜਿਹੜੇ ਸੈੱਲ ਨੇ, ਜਿਵੇਂ ਇੱਕ ਮਨੁੱਖ ਹੈਗਾ, ਮਨੁੱਖ ਦੇ ਜਿੰਨੇ ਵੀ ਮਨੁੱਖ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਸੈੱਲ ਸੇਮ ਹੋਣਗੇ ਸਾਰਿਆਂ ਦੇ ਵਿੱਚ। ਪਰ ਹੁਣ ਜਿਵੇਂ ਇੱਕ ਮਨੁੱਖ ਹੋ ਗਿਆ, ਇੱਕ ਜਾਨਵਰ ਹੋ ਗਿਆ ਕੋਈ, ਉਹਨਾਂ ਦੇ ਵਿੱਚ ਜਿਹੜੇ ਸੈੱਲ ਜਿਹੜਾ ਸੈੱਲ ਹੈ ਉਹਦੇ ਵਿੱਚ ਫਰਕ ਹੋਊਗਾ, ਠੀਕ ਹੈ ਜੀ। ਇਹ ਮਤਲਬ ਕਿ ਜਿਵੇਂ ਇੱਕ ਬ੍ਰਿਕ ਤੋਂ ਮਿਲ ਕੇ, ਇੱਟ ਤੋਂ ਮਿਲ ਕੇ ਕਾਫੀ ਸਾਰੀ ਬਿਲਡਿੰਗਾਂ ਬਣ ਗਈਆਂ, ਉਹ ਤੋਂ ਇਹ ਚੀਜ਼ ਥੋੜ੍ਹੀ ਜਿਹੀ ਕੰਪਲੈਕਸ ਹੈ, ਇੰਨੀ ਸਿੰਪਲ ਚੀਜ਼ ਨਹੀਂ ਹੈਗੀ ਸੈੱਲ। ਇਹਦੇ ਬਾਰੇ ਹੁਣ ਆਪਾਂ ਸਾਰਾ ਕੁਝ ਪੜਾਂਗੇ ਸੈੱਲ ਦੇ ਵਿੱਚ, ਵੀ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਸੈੱਲ ਹੁੰਦੇ ਨੇ, ਠੀਕ ਹੈ ਜੀ। ਹੁਣ ਅੱਗੇ ਦੇਖੋ ਜੀ, ਕਿ ਜਿਵੇਂ ਤੁਸੀਂ ਆਹ ਪਿਕਚਰ ਦੇਖੀ ਹੈ ਪਿਆਜ਼ ਦੀ, ਇਹ ਇੱਕ ਪਿਆਜ਼ ਦਾ ਸੈੱਲ ਹੈ, ਪੌਦਾ ਸੈੱਲ ਜਿਹਨੂੰ ਕਹਿੰਦੇ ਆ, ਠੀਕ ਹੈ ਜੀ। ਤਾਂ ਨੈਕਸਟ ਕੀ ਹੈ ਇਸ ਤੋਂ ਬਾਅਦ 'ਚ ਇੱਕ ਬਹੁਤ ਇੰਟਰਸਟਿੰਗ ਚੀਜ਼ ਤੁਸੀਂ ਪੜ੍ਹੋਗੇ, ਦਾ ਐਗ ਆਫ ਹੈਨ, ਜਿਹੜਾ ਮੁਰਗੀ ਦਾ ਐਗ ਹੁੰਦਾ ਹੈਗਾ, ਉਹ ਇੱਕ ਸੈੱਲ ਦੀ ਤਰ੍ਹਾਂ ਕੰਮ ਕਰਦਾ ਹੈ। ਉਹ ਸੈੱਲ ਹੈ, ਮੁਰਗੀ ਜਿਹੜਾ ਐਗ ਹੈ ਉਹ ਸੈੱਲ ਹੈ, ਅਤੇ ਉਹ ਇੰਨਾ ਬੜਾ ਹੁੰਦਾ ਕਿ ਆਪਾਂ ਅੱਖ, ਨੰਗੀ ਅੱਖ ਨਾਲ ਦੇਖ ਸਕਦੇ ਹਾਂ, ਮਤਲਬ ਕਿ ਅੱਖ ਨੂੰ ਕਿਸੇ ਵੀ ਸਹਾਇਤਾ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ। ਮੁਰਗੀ ਦਾ ਅੰਡਾ ਇੱਕ ਸੈੱਲ ਦੀ ਨੁਮਾਇੰਦਗੀ ਕਰਦਾ ਹੈ, ਮਤਲਬ ਕੋਈ ਇੱਕ ਸੈੱਲ ਹੁੰਦਾ ਹੈ ਅਤੇ ਇੰਨਾ ਵੱਡਾ ਹੁੰਦਾ ਹੈ ਕਿ ਬਿਨਾਂ ਕਿਸੇ ਸਹਾਇਤਾ ਦੇ ਅੱਖ ਦੁਆਰਾ ਵੇਖਿਆ ਜਾ ਸਕਦਾ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਰਗੇਨਿਜ਼ਮ, ਸ਼ੋ ਵੈਰਾਈਟੀ ਇਨ ਸੈੱਲ ਨੰਬਰ, ਸ਼ੇਪ ਐਂਡ ਸਾਈਜ਼। ਹੁਣ ਦੇਖੋ ਜੀ, ਦੇਰ ਆਰ ਮਿਲੀਅਨ ਆਫ ਲਿਵਿੰਗ ਆਰਗੇਨਿਜ਼ਮ, ਉਰੇ ਬਹੁਤ ਸਾਰੇ ਜੀਵ ਰਹਿੰਦੇ ਨੇ, ਧਰਤੀ ਦੇ ਉੱਪਰ ਲੱਖਾਂ ਦੇ ਜੀਵ ਨੇ ਹੈਗੇ। ਦੇ ਆਰ ਆਫ ਡਿਫਰੈਂਟ ਸ਼ੇਪ ਐਂਡ ਸਾਈਜ਼, ਉਹਨਾਂ ਦਾ ਸ਼ੇਪ ਵੀ ਉਹਨਾਂ ਦੀ ਅਲੱਗ ਹੈ, ਮਤਲਬ ਕੁੱਤੇ ਦੀ ਸ਼ੇਪ ਅਲੱਗ ਹੈ, ਬਿੱਲੀ ਦੀ ਸ਼ੇਪ ਅਲੱਗ ਹੈ, ਜਿਹੜਾ ਇਨਸਾਨ ਦੀ ਸ਼ੇਪ ਅਲੱਗ ਹੈ, ਉਹਨਾਂ ਦਾ ਸਾਈਜ਼ ਵੀ ਡਿਫਰੈਂਟ ਹੈ। ਦੇਅਰ ਔਰਗਨਸ ਆਰ ਆਲਸੋ ਵੈਰੀ ਇਨ ਸ਼ੇਪ, ਉਹਨਾਂ ਦਾ ਜਿਹੜਾ ਔਰਗਨ ਨੇ, ਜਿਹੜੇ ਅੰਗ ਨੇ ਸਰੀਰ ਦੇ, ਉਹ ਵੀ ਅੱਡ ਨੇ ਸਾਰਿਆਂ ਦੇ, ਅਤੇ ਉਹਨਾਂ ਦੀ ਜਿਹੜੀ ਗਿਣਤੀ ਸੈੱਲਾਂ ਦੀ ਉਹ ਵੀ ਕੀ ਹੋਊਗੀ, ਵੱਖ ਹੋਊਗੀ। ਤਾਂ ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਨੰਬਰ ਆਫ ਸੈੱਲਸ। ਹੁਣ ਇੱਕ ਮਨੁੱਖ ਦੇ ਵਿੱਚ ਨੰਬਰ ਆਫ ਸੈੱਲਸ ਕਿੰਨੇ ਹੁੰਦੇ ਨੇ, ਤੁਸੀਂ ਨਾ ਇਹਨੂੰ ਨਾਲ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਇਸ ਚੈਪਟਰ ਨੂੰ। ਹਾਂਜੀ, ਅੱਗੇ ਪੜ੍ਹਾਂਗੇ ਆਪਾਂ ਨੰਬਰ ਆਫ ਸੈੱਲਸ। ਹਿਊਮਨ ਬੋਡੀ ਹੈਜ਼ ਟ੍ਰਿਲੀਅਨਸ ਆਫ ਸੈੱਲਸ ਵਿਚ ਵੇਰੀ ਇਨ ਸ਼ੇਪ ਐਂਡ ਸਾਈਜ਼। ਜਿਹੜਾ ਇੱਕ ਮਨੁੱਖ ਦਾ ਸਰੀਰ ਹੈ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੇ ਸੈੱਲ ਨੇ, ਮਤਲਬ ਕਿ 100 ਇੱਕ ਸ਼ਕਲ ਵਿੱਚ, 1 ਅਰਬ ਵਿੱਚ 100, ਮਤਲਬ ਕਿ ਇਹਨਾਂ ਨੇ ਕੀ ਕਿਹਾ, ਕਹਿੰਦਾ ਕਈ ਖਰਬਾਂ ਸੈੱਲ ਹੁੰਦੇ ਨੇ ਮਨੁੱਖ ਦੇ ਸਰੀਰ ਦੇ ਵਿੱਚ, ਕਈ ਖਰਬਾਂ ਸੈੱਲ ਹੁੰਦੇ ਨੇ। ਹਰ ਸੈੱਲ ਦਾ ਅੱਡ ਫੰਕਸ਼ਨ ਹੈ, ਹਰ ਸੈੱਲ ਦੇ ਅੱਡ ਕੰਮ ਨੇ। ਡਿਫਰੈਂਟ ਗਰੁੱਪਸ ਆਫ ਸੈੱਲਸ ਪਰਫੋਰਮ ਏ ਵੈਰਾਈਟੀ ਆਫ ਫੰਕਸ਼ਨਸ। ਜਿਹੜਾ ਇੱਕ ਖਰਬ ਹੁੰਦਾ ਹੈਗਾ, ਉਹਦੇ ਵਿੱਚ 100 ਅਰਬ ਹੁੰਦੇ ਨੇ, 1 ਅਰਬ ਦੇ ਵਿੱਚ 100 ਕੀ ਹੁੰਦੇ ਨੇ, ਕਰੋੜ ਹੁੰਦੇ ਨੇ, 1 ਕਰੋੜ ਦੇ ਵਿੱਚ 100 ਲੱਖ ਹੁੰਦੇ ਨੇ, ਮਤਲਬ ਕਿ ਇੱਕ ਇਨਸਾਨ ਦੇ ਸਰੀਰ ਦੇ ਵਿੱਚ ਇੰਨੇ ਜ਼ਿਆਦਾ ਸੈੱਲ ਹੁੰਦੇ ਨੇਗੇ, ਅਤੇ ਹਰ ਸੈੱਲ ਦਾ ਅੱਡ ਫੰਕਸ਼ਨ ਹੈਗਾ, ਠੀਕ ਹੈ ਜੀ। ਕਿਉਂਕਿ ਜਿਹੜੇ ਆਪਣੇ ਸਰੀਰ ਦੇ ਅੰਗ ਪੈਰ ਨੇ ਉਹ ਵੀ ਸਾਰੇ ਅਲੱਗ ਨੇ। ਹੁਣ ਜਿਵੇਂ ਬਿਲਡਿੰਗ ਹੈ, ਉੱਥੇ ਸਾਰੇ ਕਿਤੇ ਇੱਟਾਂ ਯੂਜ਼ ਕੀਤੀਆਂ ਹੋਈਆਂ ਨੇ, ਸਾਰੇ ਹੀ ਸ਼ੇਪ ਸੇਮ ਹੈ, ਪਰ ਆਪਣੇ ਸਰੀਰ ਦੇ ਵਿੱਚ ਸਾਰਿਆਂ ਦੀ ਸ਼ੇਪ ਸੇਮ ਨਹੀਂ ਹੈਗੀ, ਠੀਕ ਹੈ ਜੀ। ਇਹ ਆਪਾਂ ਇਹਦੇ ਬਾਰੇ ਅੱਗੇ ਪੜ੍ਹਦੇ ਹਾਂ ਆਪਾਂ ਡਿਟੇਲ ਦੇ ਵਿੱਚ। ਜਿਹੜੇ ਆਰਗੇਨਿਜ਼ਮ ਨੇ, ਆਰਗੇਨਿਜ਼ਮ ਮੇਡ ਆਫ ਮੋਰ ਦੈਨ 1 ਸੈੱਲ, ਜਿਹੜੇ ਆਪਣੇ ਆਰਗੇਨਿਜ਼ਮ, ਜਿਹੜੇ ਆਪਣੇ ਜੀਵ ਹੋ ਗਏ, ਕੋਈ ਵੀ ਜੀਵ, ਉਹਨਾਂ ਦੇ ਵਿੱਚ ਇੱਕ ਤੋਂ ਵੱਧ ਸੈੱਲ ਵੀ ਹੋ ਸਕਦੇ ਨੇ, ਉਹਨਾਂ ਨੂੰ ਬੋਲਿਆ ਜਾਂਦਾ ਮਲਟੀ ਸੈਲੂਲਰ, ਮਤਲਬ ਕਿ ਬਹੁਤ ਸੈੱਲੀ, ਠੀਕ ਹੈ ਜੀ। ਜਿਹੜੇ ਉਹ ਜੀਵ ਜਿਨ੍ਹਾਂ ਦਾ ਸਰੀਰ ਇੱਕ ਤੋਂ ਜ਼ਿਆਦਾ ਸੈੱਲਾਂ ਦਾ ਬਣਿਆ ਹੁੰਦਾ, ਉਹਨਾਂ ਨੂੰ ਬਹੁਤ ਸੈੱਲੀ ਕਿਹਾ ਜਾਂਦਾ ਹੈ। ਹੁਣ ਦੇਖੋ ਅੱਗੇ ਪੜ੍ਹਾਂਗੇ ਆਪਾਂ ਇਹਦੇ ਵਿੱਚ, ਦਾ ਨੰਬਰ ਆਫ ਸੈੱਲ ਬੀਇੰਗ ਲੈਸ ਇਨ ਸਮਾਲਰ ਆਰਗੇਨਿਜ਼ਮ ਡਜ਼ ਨਾਟ ਇਨ ਐਨੀ ਵੇ ਇਫੈਕਟ ਦਾ ਫੰਕਸ਼ਨਿੰਗ ਆਫ ਆਰਗੇਨਿਜ਼ਮ। ਦੇਖੋ ਕੀ ਕਿਹਾ ਇਹਨਾਂ ਨੇ, ਕਹਿੰਦਾ ਛੋਟੇ ਜੀਵਾਂ ਵਿੱਚ ਸੈੱਲਾਂ ਦੀ ਘੱਟ ਸੰਖਿਆ ਉਹਨਾਂ ਦੀ ਕਿਰਿਆਵਾਂ ਨੂੰ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰਦੀ। ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਦੇ ਵਿੱਚ ਸੈੱਲ ਘੱਟ ਨੇਗੇ, ਦਾ ਨੰਬਰ ਆਫ ਸੈੱਲਸ ਬੀਇੰਗ ਲੈਸ ਇਨ ਦਾ ਸਮਾਲਰ ਆਰਗੇਨਿਜ਼ਮ ਡਜ਼ ਨਾਟ, ਜਿਹੜੇ ਕਿਸੇ ਵੀ ਜੀਵ ਦੇ ਵਿੱਚ ਜੇ ਸੈੱਲ ਘੱਟ ਨੇ ਤਾਂ ਉਹਦੇ ਜਿਹੜੇ ਉਹਦੇ ਸੈੱਲ ਦੀਆਂ ਕਿਰਿਆਵਾਂ ਨੇ, ਉਹਦੇ ਜਿਹੜੇ ਆਰਗੇਨਿਜ਼ਮ, ਕਿਸੇ ਜੀਵ ਦੇ ਜਿਹੜੇ ਕੰਮ ਨੇ, ਉਹਨੂੰ ਇਫੈਕਟ ਨਹੀਂ ਕਰਦੀ ਹੈਗੀ। ਹੁਣ ਦੇਖੋ, ਯੂ ਵਿਲ ਬੀ ਸਰਪ੍ਰਾਈਜ਼, ਤੁਹਾਨੂੰ ਵੀ ਜਾਣ ਕੇ ਹੈਰਾਨੀ ਹੋਊਗੀ। ਐਂਡ ਆਰਗੇਨਿਜ਼ਮ ਵਿਦ ਬਿਲੀਅਨਸ ਆਫ ਸੈੱਲ ਬਿਗੇਨਸ ਲਾਈਫ ਐਜ਼ ਏ ਸਿੰਗਲ ਸੈੱਲ, ਵੀ ਜਿਹੜੇ ਕਿਸੇ ਜੀਵ ਦੇ ਵਿੱਚ ਇੰਨੇ ਜ਼ਿਆਦਾ ਸੈੱਲ ਬਣ ਜਾਂਦੇ ਨੇ, ਜਿਹਦੇ ਵਿੱਚ ਲੱਖਾਂ ਕਰੋੜਾਂ ਸੈੱਲ ਹੁੰਦੇ ਨੇ, ਉਹਦੀ ਜਿਹੜੀ ਸ਼ੁਰੂਆਤ ਹੈ, ਉਹਦੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਉਹ ਇੱਕ ਸੈੱਲ ਤੋਂ ਹੁੰਦੀ ਹੈ, ਵਿਚ ਇਜ਼ ਦਾ ਫਰਟੀਲਾਈਜ਼ਡ ਐਗ। ਮਤਲਬ ਕਿ ਉਹ ਕੀ ਹੁੰਦਾ, ਇੱਕ ਐਗ ਤੋਂ ਸ਼ੁਰੂਆਤ ਹੁੰਦੀ ਹੈ ਉਹਦੀ। ਜਿਹੜਾ ਵੀ ਕੋਈ ਜੀਵ ਹੈ, ਉਹਦੀ ਜਿਹੜੀ ਸ਼ੁਰੂਆਤ ਹੈ ਇੱਕ ਸਿੰਗਲ ਸੈੱਲ ਤੋਂ ਹੁੰਦੀ ਹੈ, ਫਿਰ ਉਹਦੇ ਸੈੱਲ ਮਲਟੀਪਲਾਈ ਹੋ ਕੇ ਅੱਗੇ ਵੱਧ ਕੇ ਉਹਨੂੰ ਇੱਕ ਪੂਰਾ ਜੀਵ ਵਿੱਚ ਵਿਕਸਿਤ ਕਰਦੇ ਨੇਗੇ।
The fertilized egg cell multiplies and the number of cell increases as development proceed। ਜਿਹੜੇ ਸੈੱਲ ਨੇ ਉਹ ਆਪਸ ਦੇ ਵਿੱਚ ਅੱਗੇ ਵੱਧਦੇ ਰਹਿੰਦੇ ਨੇ ਅਤੇ ਉਹ ਆਪਸ ਦੇ ਵਿੱਚ ਅਟੈਚ ਹੁੰਦੇ ਰਹਿੰਦੇ ਨੇ, ਅਤੇ ਜਿਹਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਕਿਸੇ ਜੀਵ ਦੀ ਉਹ ਹੁੰਦੀ ਹੈ। ਮਤਲਬ ਕਿ ਜਿਵੇਂ ਇੱਕ ਇਨਸਾਨ ਦੇ ਵਿੱਚ ਇੰਨੇ ਸਾਰੇ ਸੈੱਲ ਨੇਗੇ, ਉਹਦੀ ਵੀ ਸ਼ੁਰੂਆਤ ਇੱਕ ਸੈੱਲ ਤੋਂ ਹੋਈ ਹੋਊਗੀ। ਇਹ ਆਪਾਂ ਅੱਗੇ ਪੜ੍ਹਾਂਗੇ ਸਾਰਾ ਕੁਝ, ਠੀਕ ਹੈ ਜੀ। ਤਾਂ ਇਹ ਪੰਜਾਬੀ ਵਿੱਚ ਤੁਸੀਂ ਪੜ੍ਹ ਸਕਦੇ ਹੋਗੇ। ਇਸ ਤੋਂ ਇਲਾਵਾ ਕੁਝ ਜੀਵ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੱਕੋ ਹੀ ਸੈੱਲ ਹੁੰਦਾ ਹੈਗਾ, ਜਿਵੇਂ ਕਿ ਅਮੀਬਾ ਅਤੇ ਪੈਰਾਮੀਸ਼ੀਅਮ ਦੀ ਦੋ ਐਗਜ਼ਾਮਪਲ ਨੇ। ਆਹ ਇਹਨਾਂ ਦੀ ਪਿਕਚਰਸ ਨੇ। ਜਿਹੜਾ ਏ ਹੈ ਇਹਦਾ ਹੈਗਾ ਅਮੀਬਾ, ਜਿਹੜਾ ਬੀ ਪਾਰਟ ਹੈ, ਬੀ ਪਿਕਚਰ ਹੈ ਜਿਹੜੀ, ਉਹ ਹੈਗਾ ਪੈਰਾਮੀਸ਼ੀਅਮ, ਠੀਕ ਹੈ ਜੀ। ਤੁਸੀਂ ਦੇਖੋ ਜਿਹੜਾ ਇੱਕ ਅਮੀਬਾ ਹੈ ਇਹਦੇ ਵਿੱਚ ਸਿਰਫ ਇੱਕੋ ਹੀ ਸੈੱਲ ਹੁੰਦਾ, ਤਾਂ ਵੀ ਇਹ ਸਾਰੀਆਂ ਕਿਰਿਆ ਆਪਦੀ ਕਰਦਾ ਹੈ। ਭੋਜਨ ਲੈਂਦਾ, ਭੋਜਨ ਨੂੰ ਪਕੜਦਾ, ਸਾਹ ਲੈਂਦਾ ਅਤੇ ਉਹਨੂੰ ਬਾਹਰ ਵੀ ਕੱਢਦਾ, ਗਰੋਜ਼ ਐਂਡ ਰੀਪਰੋਡਿਊਸ। ਇਹ ਆਪਦੇ ਵਰਗੇ ਜੀਵ ਵੀ ਪੈਦਾ ਕਰਦਾ ਸਿਰਫ ਇੱਕ ਸੈੱਲ ਨਾਲ। Similarly, function in multicellular organism are carried out by the groups of specialized cell forming different tissues. Tissues in turns form eggs, form organs। ਹੁਣ ਤੁਸੀਂ ਇਸ ਚੀਜ਼ ਨੂੰ ਸਮਝਣਾ ਆਪਾਂ ਨੇ। ਜਿਹੜਾ ਸੈੱਲ ਹੈ, ਮੰਨ ਲਓ ਇੱਕ ਸੈੱਲ ਹੈ ਆਪਣੇ ਕੋਲ, ਸੈੱਲਾਂ ਦੇ ਸਮੂਹ ਤੋਂ ਕੀ ਬਣ ਜਾਊਗਾ? ਟਿਸ਼ੂ ਬਣ ਜਾਊਗਾ, ਠੀਕ ਹੈ ਜੀ। ਜਦੋਂ ਸੈੱਲ ਆਪਸ ਦੇ ਵਿੱਚ ਜੁੜਨਗੇ ਇੱਕ ਟਿਸ਼ੂ ਬਣ ਜਾਊਗਾ। ਫਿਰ ਜਿਹੜੇ ਟਿਸ਼ੂ ਨੇ ਇਹ ਆਪਸ ਦੇ ਵਿੱਚ ਜੁੜਦੇ ਨੇ ਹੈਗੇ। ਜਦੋਂ ਟਿਸ਼ੂ ਜੁੜਦੇ ਨੇ ਫਿਰ ਇੱਕ ਕੀ ਬਣ ਜਾਂਦਾ? ਅੰਗ ਬਣ ਜਾਂਦਾ, ਫਿਰ ਇੱਕ ਅੰਗ ਬਣ ਜਾਊਗਾ। ਮਤਲਬ ਕਿ ਜੇ ਮੰਨ ਲਓ ਹੱਥ ਬਣ ਗਿਆ, ਇੱਕ ਹੱਥ ਦੇ ਵਿੱਚ ਪਹਿਲਾਂ ਜਿਹੜਾ ਇੱਕ ਹੱਥ ਹੈ ਪਹਿਲਾਂ ਜਿਹੜੇ ਟਿਸ਼ੂ ਦੇ ਵਿੱਚ ਵੰਡਿਆ ਹੋਊਗਾ। ਹੁਣ ਤੁਸੀਂ ਦੇਖੋ ਹੱਥ ਦੇ ਸੈੱਲ ਅੱਡ ਹੋਣਗੇ, ਪੈਰਾਂ ਜਿਹੜੇ ਸੈੱਲ ਨੇ ਉਹ ਅੱਡ ਹੋਣਗੇ, ਆਪਣੇ ਜਿਹੜੇ ਅੰਦਰ ਆਪਣੇ ਸਟਮਕ ਹੈ, ਪੇਟ ਹੈ, ਉਹਦੇ ਸੈੱਲ ਅੱਡ ਹੋਣਗੇ, ਜਿਹੜੇ ਫੇਫੜੇ ਨੇ ਉਹਨਾਂ ਦੇ ਜਿਹੜੇ ਸੈੱਲ ਨੇ ਉਹਨਾਂ ਦੀ ਸ਼ੇਪ ਅੱਡ ਹੋਊਗੀ, ਜਿਹੜੀ ਆਪਣੀ ਨਾੜੀਆਂ ਨੇ ਉਹਦੀ ਜਿਹੜੀ ਸ਼ੇਪ ਹੈ ਸੈੱਲਾਂ ਦੀ ਉਹ ਅਲੱਗ ਹੋਊਗੀ। ਮਤਲਬ ਕਿ ਆਪਣੇ ਜਿਹੜੇ ਸਰੀਰ ਦੇ ਜਿੰਨੇ ਵੀ ਅੰਗ ਨੇ ਉਹਨਾਂ ਦੀ ਸ਼ੇਪ ਅਲੱਗ-ਅਲੱਗ ਹੋ ਸਕਦੀ ਹੈ ਅਤੇ ਹੁੰਦੀ ਵੀ ਹੈ। ਸਭ ਤੋਂ ਪਹਿਲਾਂ ਜਿਹੜੇ ਸੈੱਲ ਨੇ ਉਹ ਮਿਲ ਕੇ ਕੀ ਬਣਦੇ ਨੇ? ਇੱਕ ਟਿਸ਼ੂ ਬਣਾਉਂਦੇ ਨੇ। ਟਿਸ਼ੂ ਤੋਂ ਮਿਲ ਕੇ ਕੀ ਬਣਦੇ ਨੇ? ਅੰਗ ਬਣਦੇ ਨੇ। ਅੰਗ ਤੋਂ ਮਿਲ ਕੇ ਇੱਕ ਪੂਰੀ ਬੋਡੀ ਬਣਦੀ ਹੈ, ਮਨੁੱਖ ਬਣਦਾ ਹੈਗਾ, ਜਾਂ ਫਿਰ ਹੋਰ ਜਿਹੜੇ ਜਾਨਵਰ ਨੇ ਉਹ ਬਣਦੇ ਨੇਗੇ। ਇਸ ਤਰੀਕੇ ਨਾਲ ਇਹ ਪ੍ਰੋਸੈਸ ਚੱਲਦਾ ਹੈ। ਯਾਦ ਰੱਖਣਾ ਤੁਸੀਂ ਇਸ ਚੀਜ਼ ਨੂੰ। ਸੈੱਲ ਤੋਂ ਕੀ ਬਣਦੇ ਨੇ? ਔਰ ਇਹ ਲਿਖਿਆ ਹੋਇਆ ਸਾਰਾ ਕੁਝ। ਸੈੱਲ ਤੋਂ ਕੀ ਬਣਦੇ ਨੇ? ਟਿਸ਼ੂ ਬਣਦੇ ਨੇ। ਟਿਸ਼ੂ ਤੋਂ ਕੀ ਬਣਦੇ ਨੇ? ਅੰਗ ਬਣਦੇ ਨੇ, ਮਤਲਬ ਕਿ ਔਰਗਨਸ ਬਣਦੇ ਨੇ। ਔਰਗਨਸ ਤੋਂ ਮਿਲ ਕੇ ਕੀ ਬਣਦਾ? ਆਰਗੇਨਿਜ਼ਮ, ਜੀਵ ਬਣਦਾ ਇੱਕ, ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਇਹਨੂੰ ਯਾਦ। ਹਾਂਜੀ, ਇਸ ਤੋਂ ਬਾਅਦ ਪੜ੍ਹਾਂਗੇ ਆਪਾਂ ਸ਼ੇਪ ਆਫ ਸੈੱਲਸ। ਸੈੱਲਾਂ ਦਾ ਆਕਾਰ, ਇਹਨਾਂ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ? ਸੈੱਲਾਂ ਦੀ ਬਣਤਰ। ਹੁਣ ਦੇਖੋ ਤੁਸੀਂ ਇੱਕ ਪਿਕਚਰ ਦੇਖੀ ਸੀ ਅਮੀਬਾ ਦੀ, ਠੀਕ ਹੈ ਜੀ। ਹਾਊ ਡੂ ਯੂ ਡਿਫਾਈਨ ਦਾ ਸ਼ੇਪ ਆਫ ਅਮੀਬਾ ਇਨ ਦਾ ਫਿਗਰ? ਯੂ ਮੇ ਸੇ ਡੈਟ ਦਾ ਸ਼ੇਪ ਅਪੀਅਰ ਇਰਰੈਗੂਲਰ। ਜਿਹੜੀ ਅਮੀਬਾ ਦੀ ਸ਼ੇਪ ਹੈ ਉਹ ਇੱਕਸਾਰ ਨਹੀਂ ਹੁੰਦੀ, ਉਹ ਬਾਰ-ਬਾਰ ਚੇਂਜ ਹੁੰਦੀ ਰਹਿੰਦੀ ਹੈ। ਇਨ ਫੈਕਟ ਅਮੀਬਾ ਹੈਜ਼ ਨੋ ਡੈਫੀਨਿਟ ਸ਼ੇਪ। ਉਹਦੀ ਕੋਈ ਵੀ ਡੈਫੀਨਿਟ ਸ਼ੇਪ ਨਹੀਂ ਹੈਗੀ। ਅਨਲਾਈਕ ਅਦਰ ਆਰਗੇਨਿਜ਼ਮ, ਜਿਹੜੇ ਬਾਕੀ ਜੀਵ ਨੇ ਉਹਨਾਂ ਦੀ ਸ਼ੇਪ ਫਿਕਸ ਹੁੰਦੀ ਹੈ, ਪਰ ਜਿਹੜਾ ਅਮੀਬਾ ਹੈਗਾ ਉਹਦੀ ਜਿਹੜੀ ਸ਼ੇਪ ਹੈ ਫਿਕਸ ਨਹੀਂ ਹੁੰਦੀ, ਉਹ ਆਪਣੀ ਲਗਾਤਾਰ ਸ਼ੇਪ ਚੇਂਜ ਕਰਦਾ ਰਹਿੰਦਾ ਹੈਗਾ। ਉਹਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਹੈਗਾ ਅਮੀਬਾ ਨੂੰ ਭੋਜਨ ਲੈਣ ਦੇ ਵਿੱਚ, ਠੀਕ ਹੈ ਜੀ। ਓਬਜ਼ਰਵ ਦਾ ਪ੍ਰੋਜੈਕਸ਼ਨ ਆਫ ਵੇਅਰਿੰਗ ਲੈਂਸ ਪ੍ਰੋਟਰੂਡਿੰਗ ਆਊਟ ਆਫ ਇਟਸ ਬੋਡੀ, ਦੀਜ਼ ਆਰ ਕਾਲਡ ਸੂਡੋਪੋਡੀਆ। ਉਹਦੇ ਜਿਹੜੇ ਪੈਰ ਹੁੰਦੇ ਨੇ ਉਹ ਬਨਾਵਟੀ ਪੈਰ ਹੁੰਦੇ ਨੇ। ਆਪਾਂ 7th ਕਲਾਸ 'ਚ ਪੜ੍ਹਿਆ ਸੀਗਾ। ਜਿਹੜੇ ਉਹਦੇ ਪੈਰ ਹੁੰਦੇ ਨੇ ਉਹ ਕੀ ਕਰਦੇ ਨੇ? ਪਹਿਲਾਂ ਭੋਜਨ ਦੇ ਆਲੇ ਦੁਆਲੇ ਜਾ ਕੇ ਉਹਨੂੰ ਘੇਰ ਲੈਂਦੇ ਨੇ, ਫਿਰ ਉਹਨੂੰ ਆਪਣੇ ਅੰਦਰ ਲੈ ਜਾਂਦੇ ਨੇ, ਠੀਕ ਹੈ ਜੀ। ਉਹਨੂੰ ਇਹਦੀ ਹੈਲਪ ਮਿਲਦੀ ਹੈਗੀ ਅਮੀਬਾ ਨੂੰ। ਹਾਂਜੀ, ਇਸ ਤੋਂ ਬਾਅਦ ਦੇਖੋ ਹੁਣ ਜਿਹੜੀ ਇਹਦੀ ਸ਼ੇਪ ਹੈ, ਹੁਣ ਆਪਣੇ ਇੱਕ ਬੋਡੀ ਦੇ ਵਿੱਚ ਇੱਕ ਇਹੋ ਜਿਹਾ ਸੈੱਲ ਹੈਗਾ ਜਿਹੜਾ ਆਪਣੀ ਸ਼ੇਪ ਚੇਂਜ ਕਰਦਾ ਹੈਗਾ। ਉਹ ਕਿਹੜਾ ਹੈਗਾ? ਵਾਈਟ ਬਲੱਡ ਸੈੱਲ। ਆਪਣੇ ਖੂਨ ਦੇ ਵਿੱਚ ਵਾਈਟ ਬਲੱਡ ਸੈੱਲ ਹੁੰਦੇ ਨੇ, ਉਹ ਵੀ ਆਪਣੀ ਸ਼ੇਪ ਚੇਂਜ ਕਰਦੇ ਅਤੇ ਇੱਕ ਸਿੰਗਲ ਸੈੱਲ ਹੈ ਵਿਚ ਕੈਨ ਚੇਂਜ ਇਟਸ ਸ਼ੇਪ। ਬਟ ਵਾਈਲ WBC, ਮਤਲਬ ਇਹਦਾ ਮਤਲਬ ਹੁੰਦਾ ਵਾਈਟ ਬਲੱਡ ਸੈੱਲ ਇਜ਼ ਏ ਸੈੱਲ। ਅਮੀਬਾ ਇਜ਼ ਏ ਫੁੱਲ ਫਲੈਜਡ ਆਰਗੇਨਿਜ਼ਮ ਕੈਪੇਬਲ ਆਫ ਇੰਡੀਪੈਂਡੈਂਟ ਐਗਜ਼ਿਸਟੈਂਸ। ਹੁਣ ਜਿਹੜਾ ਵਾਈਟ ਬਲੱਡ ਸੈੱਲ ਹੈ ਇਹ ਤਾਂ ਬਸ ਕੋਈ ਕੰਮ ਨਹੀਂ ਕਰਦਾ ਹੈ, ਮਤਲਬ ਕਿ ਇਹ ਇੱਕ ਸਿੰਗਲ ਸੈੱਲ ਦੀ ਤਰ੍ਹਾਂ ਦੇ ਬਿਹੇਵ ਕਰਦਾ। ਪਰ ਜਿਹੜਾ ਅਮੀਬਾ ਹੈਗਾ ਉਹ ਸਾਰਾ ਕੰਮ ਆਪਦੇ ਆਪ ਕਰਦਾ, ਇੱਕ ਸੈੱਲ ਨਾਲ ਹੀ ਕੰਮ ਕਰਦਾ ਸਾਰਾ, ਠੀਕ ਹੈ ਜੀ। ਮਨੁੱਖ ਦੇ ਲਹੂ ਵਿੱਚ ਮਿਲਣ ਵਾਲੇ ਸਫੇਦ ਲਹੂ ਸੈੱਲ ਦੀ ਇੱਕ ਸੈੱਲ ਦੀ ਰਚਨਾ ਦੀ ਉਦਾਹਰਨ ਹਨ ਜੋ ਆਪਣੀ ਆਕ੍ਰਿਤੀ ਬਦਲ ਸਕਦੇ ਹਨ। ਸਫੇਦ ਬਲੱਡ ਸੈੱਲ ਇੱਕ ਸੈੱਲ ਹੈ ਜੋ ਕਿ ਅਮੀਬਾ ਇੱਕ ਪੂਰਨ ਵਿਕਸਿਤ ਜੀਵ ਹੈ ਜਿਸ ਦੀ ਸੁਤੰਤਰ ਹੋਂਦ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਜਿਹੜਾ A ਦੇਖਿਆ, ਇਹ ਇੱਕ ਸੈੱਲ ਹੈ ਸਫੈਰੀਕਲ ਰੈੱਡ ਬਲੱਡ ਸੈੱਲ, ਇਹ ਇੱਕ ਸੈੱਲ ਦੀ ਸ਼ੇਪ ਹੈ। ਜਿਹੜਾ B ਹੈ ਇਹ ਵੀ ਇੱਕ ਤਰ੍ਹਾਂ ਦੀ ਸ਼ੇਪ ਹੈ, ਤਿੱਖੇ ਸੈੱਲ ਨੇ। ਸਪਿੰਡਲ ਸ਼ੇਪਡ ਮਸਲ ਸੈੱਲ, ਇਹ ਆਪਣੀ ਮਸਲ ਸੈੱਲ ਹੁੰਦੇ ਨੇ, ਮਸਲ। ਉਸ ਤੋਂ ਜਗ੍ਹਾ ਲੌਂਗ ਬ੍ਰਾਂਚਡ ਨਰਵ ਸੈੱਲ, ਜਿਹੜੇ ਆਪਣੇ ਦਿਮਾਗ ਤੱਕ ਮੈਸੇਜ ਲੈ ਕੇ ਜਾਂਦੇ ਨੇ, ਇਹਨੂੰ ਬੋਲਦੇ ਹਾਂ ਆਪਾਂ ਲੌਂਗ ਬ੍ਰਾਂਚਡ ਨਰਵ ਸੈੱਲ। ਨਾੜੀ ਤੰਤਰ ਜਿਹੜਾ ਨਰਵਸ ਨੇ ਜਿਹੜੀ ਆਪਣੇ ਦਿਮਾਗ ਤੱਕ ਮੈਸੇਜ ਲੈ ਕੇ ਜਾਂਦੀਆਂ ਨੇ, ਨਰਵਸ।
ਇਹ ਉਹ ਸੈੱਲ ਹੈਗਾ। ਇਹ ਹੁਣ ਦੇਖੋ ਇਹਦਾ ਕੰਮ ਅੱਡ ਹੈਗਾ, ਇਹਦਾ ਕੰਮ ਅੱਡ ਹੈ, ਇਹਦਾ ਕੰਮ ਅੱਡ ਹੈ, ਮਤਲਬ ਕਿ ਹਰ ਸੈੱਲ ਦਾ ਆਪਦਾ ਆਪਦਾ ਵਰਕ ਹੁੰਦਾ ਹੈਗਾ। ਇਹ ਤੋਂ ਮਿਲ ਕੇ ਅੱਡ ਅੱਡ ਅੰਗ ਬਣਦੇ ਨੇ, ਆਪਣੇ ਔਰਗਨਸ ਬਣਦੇ ਨੇ, ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਇੱਕ ਐਗ ਦੀ ਪਿਕਚਰ ਹੈ ਇਹ ਬੋਇਲਸ। ਹੁਣ ਦੇਖੋ ਇਹ ਇੱਕ ਐਗ ਦੀ ਪਿਕਚਰ ਹੈ। ਜੇ ਆਪਾਂ ਐਗ ਨੂੰ ਬੋਇਲ ਕਰਕੇ ਉਹਨੂੰ ਆਪਾਂ ਕੱਟ ਦਈਏ ਤਾਂ ਜੇ ਆਪਾਂ ਨੂੰ ਬ੍ਰੇਕ ਕਰਾਂਗੇ ਤਾਂ ਉਹਦੇ ਵਿੱਚ ਕੀ ਹੁੰਦਾ, ਇੱਕ ਯੈਲੋ ਪਾਰਟ ਹੁੰਦਾ ਹੈਗਾ, ਇਹਨੂੰ ਤਾਂ ਬੋਲਿਆ ਜਾਂਦਾ ਯੋਕ। ਇਹ ਹੁੰਦਾ ਇੱਕ ਐਲਬਿਊਮਿਨ, ਜਿਹੜੀ ਦੀ ਵਾਈਟ ਲੇਅਰ ਹੁੰਦੀ ਹੈ, ਵਾਈਟ ਪਾਰਟ ਨੂੰ ਬੋਲਿਆ ਜਾਂਦਾ ਐਲਬਿਊਮਿਨ, ਆਊਟਰ ਥਿਨ ਐਲਬਿਊਮਿਨ, ਵਾਈਟ ਪਾਰਟ ਨੂੰ। ਜਿਹੜੀ ਵਿੱਚ ਹੁੰਦੀ ਹੈ ਇਹਦੇ ਹਵਾ ਹੁੰਦੀ ਹੈ, 에ਅਰ, ਠੀਕ ਹੈ ਜੀ। ਇਹਦੀ ਸੈੱਲ ਮੈਂਬਰੇਨ, ਇਹ ਹੁੰਦਾ ਯੋਕ। ਇਹ 'ਚ ਕੁਛ ਨਾ ਕੁਛ ਪਾਣੀ ਵੀ ਹੁੰਦਾ, ਸੈੱਲ ਦ੍ਰਵ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਐਗ ਦੇ ਦੋ ਹਿੱਸੇ ਹੁੰਦੇ ਨੇਗੇ, ਵਾਈਟ ਪਾਰਟ ਅਤੇ ਯੈਲੋ ਪਾਰਟ। ਹਾਂਜੀ, ਇਸ ਤੋਂ ਬਾਅਦ ਆ ਗਿਆ ਸੈੱਲ ਸਟਰਕਚਰ ਐਂਡ ਫੰਕਸ਼ਨ। ਹੁਣ ਆਪਾਂ ਸੈੱਲਾਂ ਦੇ ਜਿਹੜੇ ਫੰਕਸ਼ਨ ਨੇ ਉਹਦੇ ਬਾਰੇ ਆਪਾਂ ਪੜ੍ਹਾਂਗੇ। ਹਾਂਜੀ ਦੇਖੋ, ਯੂ ਹੈਵ ਲਰਨਡ, ਆਪਾਂ ਨੇ ਪੜ੍ਹਿਆ ਹੈ, ਹੁਣ ਤੱਕ ਆਪਾਂ ਪੜ੍ਹ ਚੁੱਕੇ ਜਿਹੜੇ ਹਰ ਸੈੱਲ ਨੇ, ਜਿਹੜੇ ਆਰਗੈਨਿਜ਼ਮ ਨੇ, ਉਹਨਾਂ ਵਿੱਚ ਕਾਫੀ ਸਾਰੇ ਆਰਗਨਸ ਹੁੰਦੇ ਨੇ। ਮਤਲਬ ਕਿ ਹਰ ਜੀਵ ਦੇ ਕਾਫੀ ਸਾਰੇ ਅੰਗ ਹੁੰਦੇ ਨੇ। ਆਪਾਂ 7th ਕਲਾਸ 'ਚ ਪੜ੍ਹਿਆ ਡਾਈਜੈਸਟਿਵ ਆਰਗਨ ਸੀਗੇ, ਜਿਹੜੇ ਪਾਚਨ ਕਿਰਿਆ ਦੇ ਵਿੱਚ ਸਹਾਇਤਾ ਕਰਦੇ ਨੇ, ਪਾਚਨ ਪ੍ਰਣਾਲੀ ਬਣਾਉਂਦੇ ਨੇਗੇ। ਉਹ ਸਾਰੇ ਉਹ ਕੀ ਕਰਦੇ ਸੀਗੇ, ਅੱਡ ਅੱਡ ਕੰਮ ਕਰਦੇ ਸੀਗੇ। ਆਪਾਂ ਕੀ ਪੜ੍ਹਿਆ ਸੀਗਾ, ਪਹਿਲਾਂ ਭੋਜਨ ਮੂੰਹ ਰਾਹੀਂ ਜਾਂਦਾ ਸੀਗਾ, ਫਿਰ ਉਹ ਆਪਣੇ ਪੇਟ 'ਚ ਜਾਂਦਾ ਸੀਗਾ, ਫਿਰ ਛੋਟੀ ਅੰਦਰ, ਵੱਡੀ ਅੰਦਰ, ਇਸ ਤਰ੍ਹਾਂ ਕੰਮ ਕਰਦਾ ਸੀ ਭੋਜਨ। ਮਤਲਬ ਕਿ ਉਹ ਸਾਰੇ ਅੱਡ ਅੱਡ ਕੰਮ ਕਰਦੇ ਸੀ। ਇਸੇ ਤਰੀਕੇ ਨਾਲ ਜਿਹੜੇ ਸੈੱਲ ਨੇ, ਜਿਹੜੇ ਅੰਗ ਨੇ ਆਪਣੇ, ਉਹ ਵੀ ਅੱਡ ਅੱਡ ਕੰਮ ਕਰਦੇ ਨੇ। ਈਚ ਆਰਗਨ ਇਨ ਦਾ ਸਿਸਟਮ ਪਰਫਾਰਮਸ ਡਿਫਰੈਂਟ ਫੰਕਸ਼ਨ ਸਚ ਐਸ ਡਾਈਜੈਸ਼ਨ, ਐਸੀਮੀਲੇਸ਼ਨ, ਅਬਜ਼ੋਰਪਸ਼ਨ, ਠੀਕ ਹੈ ਜੀ। ਸਿਮਿਲਰਲੀ ਇਸੇ ਤਰੀਕੇ ਨਾਲ ਜਿਹੜੇ ਆਪਣੇ ਡਿਫਰੈਂਟ ਆਰਗਨਸ ਨੇ ਪਲਾਂਟ ਦੇ, ਪਰਫਾਰਮ ਸਪੈਸੀਫਿਕ ਸਪੈਸ਼ਲ ਫੰਕਸ਼ਨ। ਫੋਰ ਐਗਜ਼ਾਮਪਲ, ਰੂਟ ਹੈਲਪ ਇਨ ਦਾ ਅਬਜ਼ੋਰਪਸ਼ਨ ਆਫ ਵਾਟਰ ਇਨ ਦਾ ਮਿਨਰਲ। ਇਸ ਤਰੀਕੇ ਨਾਲ ਹੀ ਪੌਦੇ ਜਿਹੜੇ ਅੱਡ ਅੱਡ ਅੰਗ ਨੇ, ਉਹਨਾਂ ਦੇ ਜਿਹੜੇ ਉਹਨਾਂ ਦੇ ਆਰਗਨਸ ਨੇ, ਉਹ ਵੀ ਇਹੀ ਕੰਮ ਕਰਦੇ ਨੇ। ਜਿਹੜਾ ਜੜ ਹੈ ਉਹਨਾਂ ਦਾ ਕੰਮ ਕੋਈ ਹੋਰ ਹੈਗਾ, ਜਿਹੜੇ ਤਣ ਹੈ, ਸਟੈਮ ਹੈ, ਉਹਦਾ ਵਰਕ ਕੋਈ ਹੋਰ ਹੈ, ਪਲਾਂਟਸ ਦਾ ਵਰਕ ਕੁਝ ਹੋਰ ਕੰਮ ਕਰਦਾ। ਇਸ ਤਰੀਕੇ ਨਾਲ ਇਹ ਚੀਜ਼ ਹੁੰਦੀ ਹੈ, ਠੀਕ ਹੈ ਜੀ। ਈਚ ਆਰਗਨ ਇਜ਼ ਫਰਦਰ ਮੇਡ ਅਪ ਸਮਾਲਰ ਪਾਰਟਸ ਕਾਲਡ ਟਿਸ਼ੂਜ਼। ਜਿਹੜੇ ਅੰਗ ਨੇ ਇਹਨਾਂ ਦੇ ਅੱਡ ਅੱਡ ਪਾਰਟਸ ਤੋਂ ਮਿਲ ਕੇ ਬਣੇ ਹੁੰਦੇ ਨੇ, ਟਿਸ਼ੂ ਤੋਂ ਮਿਲ ਕੇ। ਤਾਂ ਮਤਲਬ ਕੀ ਹੈ ਇਹਦਾ, ਜਿਹੜੇ ਅੰਗ ਹੈ ਇਹ ਕਿਹਤੋਂ ਮਿਲ ਕੇ ਬਣਦਾ, ਟਿਸ਼ੂ ਤੋਂ। ਇਹ ਆਪਾਂ ਪਿਛਲੀ ਵਾਰ ਵੀ ਦੇਖ ਚੁੱਕੇ ਹਾਂ ਥੋੜ੍ਹਾ ਟਾਈਮ ਪਹਿਲਾਂ ਇਸ ਵੀਡੀਓ ਦੇ ਵਿੱਚ ਹੀ। ਇਹ ਟਿਸ਼ੂ ਇਜ਼ ਅ ਗਰੁੱਪ ਆਫ ਸਿਮਿਲਰ ਸੈਲਸ ਪਰਫਾਰਮਿੰਗ ਅ ਸਪੈਸੀਫਿਕ ਫੰਕਸ਼ਨ। ਜਿਹੜਾ ਟਿਸ਼ੂ ਹੁੰਦਾ ਇਹ ਕੀ ਹੁੰਦਾ, ਇਹ ਸੈੱਲਾਂ ਦਾ ਗਰੁੱਪ ਹੁੰਦਾ, ਸੈੱਲ ਦਾ ਸਮੂਹ ਹੁੰਦਾ, ਜਿਹੜਾ ਕਿਸੇ ਖਾਸ ਫੰਕਸ਼ਨ ਨੂੰ ਕੰਮ ਕਰਦਾ, ਕੋਈ ਖਾਸ ਕੰਮ ਕਰਦਾ ਹੈ। ਮਤਲਬ ਕਿ ਜਿਵੇਂ ਆਪਣਾ ਪੇਟ ਹੈ, ਉਹਦਾ ਕੰਮ ਕੁਝ ਹੋਰ ਹੈ, ਹੱਥ ਨੇ, ਉਹਦਾ ਕੰਮ ਕੁਝ ਹੋਰ ਹੈ, ਨੱਕ ਦਾ ਕੰਮ ਕੁਝ ਹੋਰ ਹੈ। ਇਸ ਤਰੀਕੇ ਨਾਲ ਹਾਂਜੀ, ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਪਾਰਟਸ ਆਫ ਦਾ ਸੈੱਲ, ਸੈੱਲਾਂ ਦੇ ਭਾਗ ਬਾਰੇ। ਸਭ ਤੋਂ ਪਹਿਲਾਂ ਇਹਦਾ ਪਾਰਟ ਹੈ ਸੈੱਲ ਮੈਂਬਰੇਨ, ਠੀਕ ਹੈ ਜੀ। ਦੇਖੋ ਹੁਣ ਇਹਦੇ ਵਿੱਚ ਕੀ ਹੈ, ਤਾਂ ਬੇਸਿਕ ਕੰਪੋਨੈਂਟ ਆਫ ਏ ਸੈੱਲ, ਜਿਹੜੇ ਸੈੱਲ ਦੇ ਬੇਸਿਕ ਕੰਪੋਨੈਂਟ ਨੇ ਉਹਦੇ ਵਿੱਚ ਕੀ ਹੁੰਦਾ, ਸੈੱਲ ਮੈਂਬਰੇਨ ਹੁੰਦੀ ਹੈ, ਸਾਈਟੋਪਲਾਜ਼ਮ ਤੇ ਨਿਊਕਲੀਅਸ। ਇਹ ਤੁਸੀਂ ਤਿੰਨੇ ਯਾਦ ਰੱਖਣੇ ਨੇ, ਇਹਦੇ ਬੇਸਿਕ ਪਾਰਟ ਨੇ ਸੈੱਲ ਦੇ, ਸੈੱਲ ਮੈਂਬਰੇਨ, ਸਾਈਟੋਪਲਾਜ਼ਮ ਅਤੇ ਨਿਊਕਲੀਅਸ। ਸੈੱਲ ਮੈਂਬਰੇਨ ਨੂੰ ਆਪਾਂ ਬੋਲਦੇ ਹਾਂ ਸੈੱਲ ਝਿੱਲੀ, ਸਾਈਟੋਪਲਾਜ਼ਮ ਨੂੰ ਬੋਲਦੇ ਹਾਂ ਆਪਾਂ ਸੈੱਲ ਪਦਾਰਥ ਜਾਂ ਸਾਈਟੋਪਲਾਜ਼ਮ, ਅਤੇ ਨਿਊਕਲੀਅਸ ਨੂੰ ਬੋਲਦੇ ਹਾਂ ਆਪਾਂ ਕੇਂਦਰਕ। ਇਹ ਦਿਮਾਗ ਹੁੰਦਾ ਇੱਕ ਤਰ੍ਹਾਂ ਦਾ ਇਹਦਾ, ਠੀਕ ਹੈ ਜੀ। ਦੁਬਾਰੇ ਸੁਣ ਲਓ, ਸੈੱਲ ਮੈਂਬਰੇਨ ਨੂੰ ਬੋਲਦੇ ਹਾਂ ਆਪਾਂ ਸੈੱਲ ਝਿੱਲੀ, ਸਾਈਟੋਪਲਾਜ਼ਮ ਹੁੰਦਾ ਸੈੱਲ ਪਦਾਰਥ, ਸਾਈਟੋਪਲਾਜ਼ਮ। ਇਹਦੋਂ ਜਾਏਗਾ ਨਿਊਕਲੀਅਸ। ਹੁਣ ਦਾ ਸਾਈਟੋਪਲਾਜ਼ਮ ਐਂਡ ਨਿਊਕਲੀਅਸ ਆਰ ਇਨਕਲੋਜ਼ਡ ਵਿਦਿਨ ਦਾ ਸੈੱਲ ਮੈਂਬਰੇਨ। ਜਿਹੜੀ ਸੈੱਲ ਮੈਂਬਰੇਨ ਹੁੰਦੀ ਹੈ, ਮੰਨ ਲਓ ਸੈੱਲ ਮੈਂਬਰੇਨ ਹੈ, ਇਹਦੇ ਵਿੱਚ ਨਿਊਕਲੀਅਸ ਵੀ ਹੋਊਗਾ ਅਤੇ ਸਾਈਟੋਪਲਾਜ਼ਮ ਵੀ ਹੋਊਗਾ। ਆਹ ਮੰਨ ਲਓ ਹੈਗਾ ਨਿਊਕਲੀਅਸ ਆਪਣਾ, ਆਹ ਜਿਹੜਾ ਵਿਚਕਾਰ ਪੋਰਸ਼ਨ ਹੈ ਇਹਦੇ ਵਿੱਚ ਹੁੰਦਾ ਸਾਈਟੋਪਲਾਜ਼ਮ, ਠੀਕ ਹੈ ਜੀ। ਦਾ ਮੈਂਬਰੇਨ ਸੈਪਰੇਟਸ ਸੈੱਲ ਫਰੋਮ ਦਾ ਅਦਰ ਐਂਡ ਆਲਸੋ ਦਾ ਸੈੱਲ ਫਰੋਮ ਦਾ ਸਰਾਊਂਡਿੰਗ ਮੀਡੀਅਮ। ਜਿਹੜੀ ਮੈਂਬਰੇਨ ਹੁੰਦੀ, ਜਿਹੜੀ ਸੈੱਲ ਮੈਂਬਰੇਨ ਹੈ, ਇਹਨੂੰ ਆਪਾਂ ਸੈੱਲ ਦੀਵਾਰ ਵੀ ਕਹਿ ਸਕਦੇ ਹਾਂ, ਵੀ ਸੈੱਲ ਝਿੱਲੀ। ਇਹ ਕੀ ਕਰਦੀ ਹੈ, ਦੂਜੇ ਸੈੱਲ ਤੋਂ ਵੱਖ ਕਰਦੀ ਹੈ। ਮਤਲਬ ਜਿਵੇਂ ਮੰਨ ਲਓ ਉਰੇ ਇੱਕ ਸੈੱਲ ਹੋਰ ਹੈ ਆਪਣੇ ਕੋਲੇ, ਤਾਂ ਇਹ ਉਹਦੀ ਦੀਵਾਰ ਹੈ, ਇਹਨੂੰ ਵੱਖ ਕਰਦੀ ਹੈ ਇਸ ਤਰੀਕੇ ਨਾਲ। The plasma membrane is porous and allows the movement of substance or material both inward and outward। ਜਿਹੜੀ ਇਹ ਮੈਂਬਰੇਨ ਹੁੰਦੀ ਹੈ, ਇਹਦੇ ਵਿੱਚੋਂ ਜਿਹੜਾ ਸਬਸਟਾਂਸ ਹੈ ਉਹ ਅੰਦਰ ਬਾਹਰ ਜਾ ਸਕਦਾ ਹੈ, ਠੀਕ ਹੈ ਜੀ। ਇਹਦੇ ਵਿੱਚ ਛੇਕ ਹੁੰਦੇ ਨੇ ਹਲਕੇ ਹਲਕੇ, ਸੈੱਲ ਝਿੱਲੀ ਜਿਸ ਨੂੰ ਪਲਾਜ਼ਮਾ ਵੀ ਕਹਿੰਦੇ ਹਨ, ਮੁਸਾਮਦਾਰ ਹੁੰਦੀ ਹੈ, ਮਤਲਬ ਕਿ ਛੇਕ ਹੁੰਦੇ ਨੇ, ਬਿਲਕੁਲ ਬਰੀਕ ਬਰੀਕ ਛੇਕ ਹੁੰਦੇ ਨੇ। ਉਸ ਤੋਂ ਬਾਅਦ ਦ ਬਾਉਂਡਰੀ ਆਫ ਓਨੀਅਨ ਸੈੱਲ ਇਜ਼ ਸੈੱਲ ਮੈਂਬਰੇਨ ਕਵਰਡ ਬਾਈ ਅਦਰ ਥਿਕ ਕਵਰਿੰਗ ਕਾਲਡ ਦਾ ਸੈੱਲ ਵਾਲ।
ਦੇਖੋ ਇਹਦੇ ਵਿੱਚ ਪੜੋ ਧਿਆਨ ਨਾਲ, ਜਿਹੜੀ ਬਾਉਂਡਰੀ ਹੈ, ਬਾਉਂਡਰੀ ਮਤਲਬ ਉਹਦੀ ਜਿਹੜੀ ਬਾਉਂਡਰੀ ਹੋ ਗਈ ਓਨੀਅਨ ਸੈੱਲ ਦੀ, ਇਜ਼ ਦਾ ਸੈੱਲ ਮੈਂਬਰੇਨ ਕਵਰਡ ਬਾਏ ਦਾ ਅਨਦਰ ਥਿਕ ਕਵਰਿੰਗ ਕਾਲਡ ਦਾ ਸੈੱਲ ਵਾਲ। ਜਿਹੜੀ ਮੈਂਬਰੇਨ ਹੁੰਦੀ ਹੈ ਉਹਦੇ ਆਲੇ ਦੁਆਲੇ ਇੱਕ ਮੋਟੀ ਪਰਤ ਹੁੰਦੀ ਹੈ ਥੋੜ੍ਹੀ ਜਿਹੀ ਹੋਰ, ਉਹਨੂੰ ਸੈੱਲ ਕੰਧ ਕਿਹਾ ਜਾਂਦਾ ਹੈ। ਦਾ ਸੈੱਲ ਡੈਂਸ ਅਰਾਊਂਡ ਬੋਡੀ ਇਨ ਸੈਂਟਰਲ ਇਜ਼ ਕਾਲਡ ਦਾ ਨਿਊਕਲੀਅਸ। ਉਹਦੇ ਵਿਚਕਾਰ ਕੀ ਹੁੰਦਾ, ਨਿਊਕਲੀਅਸ ਹੁੰਦਾ ਹੈਗਾ। ਦਾ ਜੈਲੀ ਲਾਈਕ ਦਾ ਸਬਸਟਾਂਸ ਬਿਟਵੀਨ ਦਾ ਨਿਊਕਲੀਅਸ ਐਂਡ ਦਾ ਸੈੱਲ ਮੈਂਬਰੇਨ ਇਜ਼ ਕਾਲਡ ਸਾਈਟੋਪਲਾਜ਼ਮ। ਇਹਦੇ ਵਿੱਚ ਉਹਦੇ ਅੰਦਰ ਇੱਕ ਪਾਣੀ ਦੀ ਤਰ੍ਹਾਂ ਇੱਕ ਪਦਾਰਥ ਹੁੰਦਾ ਜਿਹਨੂੰ ਸਾਈਟੋਪਲਾਜ਼ਮ ਕਿਹਾ ਜਾਂਦਾ। ਇਹਨੂੰ ਬੋਲਿਆ ਜਾਂਦਾ ਸੈੱਲ ਦਰਵ ਵੀ ਕਿਹਾ ਜਾਂਦਾ, ਇਹਨੂੰ ਸੈੱਲ ਦਰਵ ਜਾਂ ਸੈੱਲ ਪਦਾਰਥ। ਤੁਹਾਨੂੰ ਇੱਕ ਪਿਕਚਰ ਦਿਖਾਉਂਦਾ ਮੈਂ ਓਨੀਅਨ ਸੈੱਲ ਦੀ, ਤੁਸੀਂ ਇਹਦੇ ਵਿੱਚ ਸਾਰਾ ਸਮਝ ਸਕਦੇ ਹੋਗੇ। ਆਹ ਇੱਕ ਓਨੀਅਨ ਸੈੱਲ ਦੀ ਪਿਕਚਰ ਹੈ ਆਪਣੇ ਕੋਲ। ਜਿਹੜੀ ਆਹ ਚੀਜ਼ ਹੈ ਇਹਦਾ ਹੋ ਗਈ ਸੈੱਲ ਮੈਂਬਰੇਨ, ਜਿਹੜੀ ਆਹ ਲਾਈਨ ਹੈ ਇਹ ਹੋ ਗਈ ਸੈੱਲ ਮੈਂਬਰੇਨ, ਮਤਲਬ ਕਿ ਇਹ ਇੱਕ ਸੈੱਲ ਨੂੰ ਦੂਜੇ ਸੈੱਲ ਤੋਂ ਵੱਖ ਕਰਦੀ ਹੈ। ਆਹ ਸਾਰੀ ਚੀਜ਼ ਹੋ ਗਈ ਸੈੱਲ ਮੈਂਬਰੇਨ। ਤੇ ਜਿਹੜੀ ਆਹ ਚੀਜ਼ ਹੈ ਆਪਣੇ ਕੋਲ, ਆਹ ਹੋ ਗਿਆ ਤਾਂ ਨਿਊਕਲੀਅਸ, ਇਹਦੇ ਵਿੱਚ ਹੁੰਦਾ ਸਾਈਟੋਪਲਾਜ਼ਮ। ਆਹ ਦੇਖੋ ਸਾਈਟੋਪਲਾਜ਼ਮ ਉਹਦੇ ਸ਼ੋ ਕੀਤਾ ਹੋਇਆ ਇਹਨਾਂ ਨੇ, ਮਤਲਬ ਕਿ ਆਹ ਇੱਕ ਅੱਡ ਸੈੱਲ ਹੈਗਾ, ਇਹ ਇੱਕ ਅੱਡ ਸੈੱਲ ਹੈ, ਇਹਦੀ ਬਾਉਂਡਰੀ ਹੈ, ਇਹਨੂੰ ਬੋਲਿਆ ਜਾਂਦਾ ਸੈੱਲ ਦੀਵਾਰ, ਸੈੱਲ ਕੰਧ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਹੁੰਦੀਆਂ ਨੇ। ਹਾਂਜੀ, ਹੁਣ ਜਿਹੜੀ ਸੈੱਲ ਕੰਧ ਹੁੰਦੀ ਹੈ, ਜਿਹੜੀ ਸੈੱਲ ਮੈਂਬਰੇਨ ਹੈ, ਇਹਨੂੰ ਇੱਕ ਸ਼ੇਪ ਦਿੰਦੀ ਹੈ। ਠੀਕ ਹੈ ਜੀ। ਇਨ ਐਡੀਸ਼ਨ ਟੂ ਦਾ ਸੈੱਲ ਮੈਂਬਰੇਨ ਦੇਰ ਇਜ਼ ਐਨ ਆਊਟਰ ਥਿਕ ਲੇਅਰ ਇਨ ਦਾ ਸੈੱਲ ਆਫ ਦਾ ਪਲਾਂਟ ਕਾਲਡ ਸੈੱਲ ਵਾਲ। ਦਾ ਐਡੀਸ਼ਨਲ ਲੇਅਰ ਸਰਾਊਂਡਿੰਗ ਦਾ ਸੈੱਲ ਮੈਂਬਰੇਨ ਇਜ਼ ਰਿਕੁਆਇਰਡ ਬਾਏ ਦਾ ਪਲਾਂਟ ਫॉर ਪ੍ਰੋਟੈਕਸ਼ਨ। ਜਿਹੜੀ ਇਹ ਲੇਅਰ ਹੁੰਦੀ ਹੈ ਇਹ ਪੌਦਿਆਂ ਦੇ ਵਿੱਚ ਹੁੰਦੀ ਹੈਗੀ। ਇਹ ਪੌਦਾ ਸੈੱਲ ਹੈ ਨਾ, ਜਿਹੜਾ ਆਪਾਂ ਨੇ ਓਨੀਅਨ ਸੈੱਲ ਦਿਖਾਇਆ ਇਹ ਪੌਦਾ ਸੈੱਲ ਹੈਗਾ। ਜਿਹੜੀ ਇਹ ਲੇਅਰ ਹੁੰਦੀ ਹੈ ਇਹਨੂੰ, ਇਹ ਪਲਾਂਟਸ ਨੂੰ ਬਚਾਉਂਦੀ ਹੈ, ਉਹਨੂੰ ਬਚਾਉਂਦੀ ਹੈ ਉਹਨੂੰ। ਇਹ ਪਲਾਂਟ ਸੈੱਲ ਨੀਡ ਪ੍ਰੋਟੈਕਸ਼ਨ ਅਗੇਂਸਟ ਵੇਰੀਏਸ਼ਨ ਇਨ ਟੈਂਪਰੇਚਰ। ਜਦੋਂ ਟੈਂਪਰੇਚਰ ਵੱਧਦਾ ਘਟਦਾ, ਹਵਾ ਤੇਜ਼ ਚੱਲਦੀ ਹੈ, ਤਾਂ ਇਹ ਸੈੱਲ ਨੂੰ ਬ੍ਰੇਕ ਨਹੀਂ ਹੋਣ ਦਿੰਦੀ ਹੈਗੀ ਐਟਮੋਸਫੀਅਰ ਮੋਇਸਚਰ ਤੋਂ। ਇਸ ਤਰੀਕੇ ਇਹਨਾਂ ਜਦੋਂ ਇਹ ਬਚਾਉਂਦੀ ਹੈ ਐਟਮੋਸਫੇਰਿਕ ਚੇਂਜਸ ਤੋਂ। ਦੇ ਆਰ ਐਕਸਪੋਰਡ ਟੂ ਦਿਸ ਵੇਰੀਏਸ਼ਨ ਬਿਕੋਜ਼ ਦੇ ਕੈਨ ਨਾਟ ਮੂਵ। ਕਿਉਂਕਿ ਜਿਹੜੇ ਪਲਾਂਟ ਨੇ ਉਹ ਮੂਵ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਦੇ ਵਿੱਚ ਇਹ ਚੀਜ਼, ਕਿਉਂਕਿ ਪੌਦੇ ਮੂਵ ਨਹੀਂ ਕਰ ਸਕਦੇ, ਇਸ ਕਰਕੇ ਉਸ ਵੇਰੀਏਸ਼ਨ, ਇਸ ਕਰਕੇ ਉਹਨਾਂ ਨੂੰ ਬਚਾਉਣ ਵਾਸਤੇ ਸੈੱਲ ਵਾਲ ਹੁੰਦੀ ਹੈ। ਸੈੱਲ ਕੰਧ ਕਹਿੰਦੇ ਆਪਾਂ ਜਿਹਨੂੰ, ਸੈੱਲ ਦੀਵਾਰ। ਸੈੱਲ ਕੈਨ ਬੀ ਓਬਜ਼ਰਵਡ ਇਨ ਦਾ ਲੀਫ ਪੀਲ ਆਫ ਟ੍ਰਾਂਡੈਸਕੈਂਟੀਆ, ਇਲੋਡੀਆ ਔਰ ਰੋਹਿਓ। ਇਹਨਾਂ ਤਿੰਨ ਪੌਦਿਆਂ ਦੇ ਵਿੱਚ ਵੀ ਆਪਾਂ ਜਿਹੜਾ ਸੈੱਲ ਦੇ ਜਿਹੜਾ ਸਟਰਕਚਰ ਹੈ ਉਹਦੇ ਲੀਫ ਦਾ ਦੇਖ ਸਕਦੇ ਹਾਂ। ਇਹਨਾਂ ਦੀ ਆਪਾਂ ਜਿਹੜੀਆਂ ਸਲਾਈਡਸ ਨੇ ਉਹ ਤਿਆਰ ਕਰ ਸਕਦੇ ਹਾਂ, ਅਤੇ ਇਹਨੂੰ ਆਪਾਂ ਸੂਖਮਦਰਸ਼ੀ ਹੇਠ ਦੇਖ ਸਕਦੇ ਹਾਂ। ਅਤੇ ਸਕੂਲ ਦੇ ਵਿੱਚ ਇਹ ਚੀਜ਼ ਤੁਹਾਡੀ ਸਾਇੰਸ ਲੈਬ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖ ਸਕਦੇ ਹੋਗੇ ਸੂਖਮਦਰਸ਼ੀ ਹੇਠ ਇਹਦੀ ਸਲਾਈਡ ਤਿਆਰ ਕਰਕੇ। ਇਸ ਤੋਂ ਬਾਅਦ ਵਿੱਚ ਆ ਗਿਆ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਕੀ ਹੁੰਦਾ? ਇਟ ਇਜ਼ ਦਾ ਜੈਲੀ ਲਾਈਕ ਸਬਸਟਾਂਸ ਪ੍ਰੈਜੈਂਟ ਬਿਟਵੀਨ ਦਾ ਸੈੱਲ ਮੈਂਬਰੇਨ ਐਂਡ ਦਾ ਨਿਊਕਲੀਅਸ। ਆਹ ਸੈੱਲ ਮੈਂਬਰੇਨ ਹੋ ਗਈ, ਇਹਨੂੰ ਤੁਸੀਂ ਸੈੱਲ ਮੈਂਬਰੇਨ ਬੋਲ ਸਕਦੇ ਹੋ। ਆਹ ਹੋ ਗਿਆ ਨਿਊਕਲੀਅਸ, ਆਹ ਚੀਜ਼ ਇੰਨੀ ਕੁ। ਇਹਦੀ ਜਿਹੜੀ ਵਿਚਕਾਰ ਹੁੰਦੀ ਹੈ ਇਹਨੂੰ ਬੋਲਿਆ ਜਾਂਦਾ ਸਾਈਟੋਪਲਾਜ਼ਮ। ਇਹ ਇੱਕ ਦਰਵ ਹੁੰਦਾ, ਪਾਣੀ ਦੀ ਤਰ੍ਹਾਂ ਹੁੰਦਾ, ਇਹ ਲਿਕੁਇਡ ਹੁੰਦਾ। ਠੀਕ ਹੈ ਜੀ। ਐਂਡ ਨਿਊਕਲੀਅਸ ਵੇਰੀਅਸ ਅਦਰ ਕੰਪੋਨੈਂਟਸ ਆਰ ਆਰਗੇਨਿਲਸ। ਇਸ ਤੋਂ ਇਲਾਵਾ ਜਿਹੜੇ ਸੈੱਲ ਦੇ ਵਿੱਚ ਹੁੰਦੇ ਨੇ ਕੀ ਹੁੰਦਾ? ਆਫ ਦਾ ਸੈੱਲ ਆਰ ਪ੍ਰੈਜੈਂਟ ਇਨ ਦਾ ਸਾਈਟੋਪਲਾਜ਼ਮ। ਇਸ ਤੋਂ ਇਲਾਵਾ ਹੋਰ ਵੀ ਇਹਦੇ ਅੰਗ ਹੁੰਦੇ ਨੇ, ਹੋਰ ਵੀ ਪਾਰਟ ਹੁੰਦੇ ਨੇ ਜਿਹੜੇ ਸਾਈਟੋਪਲਾਜ਼ਮ ਦੇ ਵਿੱਚ ਹੁੰਦੇ ਨੇ, ਇਹਦੇ ਵਿੱਚ ਹੁੰਦੇ ਨੇ ਇਸ ਚੀਜ਼ ਦੇ ਵਿੱਚ, ਇਸ ਸਾਈਟੋਪਲਾਜ਼ਮ ਦੇ ਵਿੱਚ ਹੁੰਦੇ ਨੇ। ਅੱਜ ਮੇਰਾ ਆਹ ਚੀਜ਼ ਹੈ ਸਾਰੀ ਸਾਈਟੋਪਲਾਜ਼ਮ ਹੈ ਸਾਰਾ ਕੁਝ। ਇਹਦੇ ਵਿੱਚ ਜਿਹੜੇ ਬਲੈਕ ਨੇ ਇਹਦੇ ਕੁਝ ਹੋਰ ਪਾਰਟਸ ਹੁੰਦੇ ਨੇ ਸੈੱਲ ਦੇ, ਜਿਵੇਂ ਕਿ ਮਾਈਟੋਕੌਂਡਰੀਆ, ਗੋਲਜੀ ਬੋਡੀਜ਼, ਰਾਈਬੋਜ਼ੋਮਸ ਅਤੇ ਹੋਰ ਐਕਸਟਰਾ ਕੁਝ ਹੁੰਦੇ ਨੇ। ਜੇ ਮੈਂ ਤੁਹਾਨੂੰ ਇੱਕ ਸੈੱਲ ਦੀ ਪਿਕਚਰ ਦਿਖਾ ਦਿੰਦਾ, ਤੁਸੀਂ ਉਹਦੇ ਜਿਹੜੇ ਪਾਰਟਸ ਨੇ ਉਹ ਦੇਖ ਸਕਦੇ ਹੋਗੇ। ਇਹ ਇੱਕ ਸੈੱਲ ਦੀ ਪਿਕਚਰ ਹੈ, ਇਹਦੇ ਵਿੱਚ ਇਹ ਇੱਕ ਸੈੱਲ ਹੈ, ਇਹ ਇਹਦਾ ਨਿਊਕਲੀਅਸ ਹੈ, ਅਤੇ ਆਹ ਸਾਰਾ ਇਹਦਾ ਨਿਊਕਲੀਅਸ ਹੈ ਜਿਹੜਾ ਇਹਦਾ ਗ੍ਰੀਨ ਇਹਦਾ ਪੋਰਸ਼ਨ ਚਮਕ ਰਿਹਾ ਇਹ। ਅਤੇ ਆਹ ਇਹਦੀ ਸੈੱਲ ਵਾਲ ਹੈ, ਸੈੱਲ ਕੰਧ, ਆਹ ਸਾਈਡਾਂ ਵਾਲੀ ਆਹ ਚੀਜ਼। ਅਤੇ ਇਹਦੇ ਵਿੱਚ ਇਹਦੇ ਕੁਝ ਹੋਰ ਪਾਰਟਸ ਨੇ, ਜਿਵੇਂ ਆਹ ਇੱਕ ਪਾਰਟ ਹੈ, ਇਹ ਵੀ ਸਾਰੇ ਇੱਕ ਅੱਡ ਪਾਰਟ ਨੇ ਇਹਦੇ। ਠੀਕ ਹੈ ਜੀ। ਇਹਦੇ ਵਿੱਚ ਕਾਫੀ ਸਾਰੇ ਪਾਰਟਸ ਨੇ। ਆਹ ਹੈਗਾ ਇਹਦਾ ਨਿਊਕਲੀਅਸ। ਇਹਦੇ ਵਿੱਚ ਅੱਗੇ ਹੋਰ ਪਾਰਟਸ ਹੁੰਦੇ ਨੇ, ਤੁਸੀਂ 9th ਜਾਂ 10th ਕਲਾਸ ਦੇ ਵਿੱਚ ਪੜ੍ਹੋਗੇ ਇਹਨਾਂ ਬਾਰੇ। ਹਾਂਜੀ, ਇਸ ਤੋਂ ਬਾਅਦ ਆ ਗਿਆ ਇਹਦਾ ਨੈਕਸਟ ਪਾਰਟ ਨਿਊਕਲੀਅਸ। ਇਟ ਇਜ਼ ਦਾ ਇੰਪੋਰਟੈਂਟ ਕੰਪੋਨੈਂਟ ਆਫ ਲਿਵਿੰਗ ਸੈੱਲ। ਇਟ ਇਜ਼ ਜਨਰਲੀ ਸਫੈਰੀਕਲ। ਇਹ ਆਮ ਤੌਰ 'ਤੇ ਗੋਲ ਹੁੰਦਾ ਹੈ, ਸਫੈਰੀਕਲ ਹੁੰਦਾ ਐਂਡ ਲੋਕੇਟਡ ਇਨ ਦਾ ਸੈਂਟਰ ਆਫ ਸੈੱਲ। ਇਹ ਸੈੱਲ ਦੇ ਹਮੇਸ਼ਾ ਨਹੀਂ, ਮਤਲਬ ਕਿ ਆਮ ਤੌਰ 'ਤੇ ਕਿੱਥੇ ਹੁੰਦਾ? ਇਹ ਕੇਂਦਰ 'ਚ ਹੁੰਦਾ ਹੈਗਾ। ਜਿਵੇਂ ਆਪਾਂ ਨੇ ਇਸ ਪਿਕਚਰ ਦੇ ਵਿੱਚ ਦੇਖਿਆ ਨਿਊਕਲੀਅਸ ਨੂੰ, ਆਈਡੀਆ ਬਲੂ ਪੋਰਸ਼ਨ ਹੈਗਾ, ਇਹ ਨਿਊਕਲੀਅਸ ਹੈ ਇਹਦਾ।
ਠੀਕ ਹੈ ਜੀ। ਤੇ ਇਸ ਤੋਂ ਬਾਅਦ ਇਟ ਕੈਨ ਸਟੇਨਡ ਐਂਡ ਈਜ਼ੀਲੀ ਸੀਨ ਵਿਦ ਦ ਹੈਲਪ ਆਫ ਮਾਈਕਰੋਸਕੋਪ, ਆਪਾਂ ਇਹਨੂੰ ਮਾਈਕਰੋਸਕੋਪ ਨਾਲ ਦੇਖ ਸਕਦੇ ਹਾਂ। ਠੀਕ ਹੈ ਜੀ। ਨਿਊਕਲੀਅਸ ਇਜ਼ ਸੈਪਰੇਟਡ ਫਰੋਮ ਦਾ ਸਾਈਟੋਪਲਾਜ਼ਮ ਬਾਈ ਏ ਮੈਂਬਰੇਨ ਕਾਲਡ ਨਿਊਕਲੀਅਰ ਮੈਂਬਰੇਨ। ਜਿਹੜਾ ਨਿਊਕਲੀਅਰ ਹੈ, ਜਿਹੜਾ ਨਿਊਕਲੀਅਰ ਹੋ ਗਿਆ ਵਾਲਾ ਬਲੂ ਵਾਲਾ, ਇਹਦੇ ਬਾਹਰ ਵੀ ਇੱਕ ਦੀਵਾਰ ਹੁੰਦੀ ਹੈ, ਇਹਨੂੰ ਆਪਾਂ ਕਹਿੰਦੇ ਹਾਂ ਨਿਊਕਲੀਅਰ ਮੈਂਬਰੇਨ। ਜਿਹੜੀ ਸੈੱਲ ਦੇ ਬਾਹਰ ਹੈ ਉਹ ਸੈੱਲ ਮੈਂਬਰੇਨ, ਜਿਹੜੀ ਨਿਊਕਲੀਅਰ ਦੇ ਬਾਹਰ ਹੈ ਉਹ ਨਿਊਕਲੀਅਰ ਮੈਂਬਰੇਨ। ਦਿਸ ਮੈਂਬਰੇਨ ਇਜ਼ ਆਲਸੋ ਪੋਰਸ, ਇਹਦੇ ਵਿੱਚ ਵੀ ਮਾਸੂਮਦਾਰ ਹੁੰਦੀ ਹੈ, ਛੇਕ ਹੁੰਦੇ ਨੇ, ਇਹਦੇ ਵਿੱਚ ਜਿਹੜਾ ਮਟੀਰੀਅਲ ਹੈ ਉਹ ਅੰਦਰ ਬਾਹਰ ਜਾ ਸਕਦਾ ਹੈ ਬਿਟਵੀਨ ਸਾਈਟੋਪਲਾਜ਼ਮ ਐਂਡ ਇਨਸਾਈਡ ਦਾ ਨਿਊਕਲੀਅਸ। ਮਤਲਬ ਕਿ ਇਸ ਸਾਈਟੋਪਲਾਜ਼ਮ ਤੋਂ ਇਹਦੇ ਵਿੱਚ ਜਿਹੜਾ ਕੁਝ ਦਰਵ ਹੈ ਉਹ ਅੰਦਰ ਬਾਹਰ ਜਾ ਸਕਦਾ ਹੈ, ਉਰੋਂ ਇਹਦਾ ਸਥਾਨਾਂਤਰਨ ਹੋ ਸਕਦਾ ਹੈ। ਉਸ ਤੋਂ ਬਾਅਦ with a microscope of higher magnification we can see smaller spherical bodies in the nucleus। ਇਸ ਤੋਂ ਇਲਾਵਾ ਕੁਝ ਹੋਰ ਵੀ ਬੋਡੀਜ਼ ਹੁੰਦੀਆਂ ਨੇ, it is called nucleus। in the addition nucleus contain, ਹੁਣ ਜਿਹੜਾ ਨਿਊਕਲੀਅਸ ਹੁੰਦਾ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਥ੍ਰੈਡ ਲਾਈਕ ਸਟਰਕਚਰ ਹੁੰਦੇ ਨੇ ਨਿਊਕਲੀਅਸ ਦੇ ਵਿੱਚ, ਕਾਲਡ, ਇਹਨਾਂ ਨੂੰ ਬੋਲਦੇ ਆਪਾਂ ਕ੍ਰੋਮੋਜ਼ੋਮ। ਦੇ ਕੈਰੀ ਜੀਨਸ, ਇਹਦੇ ਵਿੱਚ ਕ੍ਰੋਮੋਜ਼ੋਮ ਦੇ ਵਿੱਚ ਅੰਦਰ ਜੀਨਸ ਹੁੰਦੇ ਨੇ, ਐਂਡ ਹੈਲਪ ਇਨ ਦਾ ਇਨਹੈਰੀਟੈਂਸ ਔਰ ਟ੍ਰਾਂਸਫਰ ਆਫ characteristics from the parents to offspring। the chromosome can be seen only when the cell divides। ਦੇਖੋ ਜੀ, ਇੱਕ ਮੈਂ ਤੁਹਾਨੂੰ ਸੈੱਲ ਦੀ ਪਿਕਚਰ ਦੇ ਵਿੱਚ ਦਿਖਾਉਣਾ, ਇਹਦੇ ਵਿੱਚ ਕ੍ਰੋਮੋਜ਼ੋਮ ਵੀ ਹੁੰਦੇ ਨੇ। ਦੇਖੋ ਇੱਕ ਪਿਕਚਰ ਲੈਂਦੇ ਆਪਾਂ ਸੈੱਲ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਿਹੜੀ ਆਹ ਪੋਰਸ਼ਨ ਹੈ ਸਾਰਾ ਜਿਹੜਾ ਇਹ ਚਮਕ ਰਿਹਾ, ਜਿਹੜਾ ਗ੍ਰੀਨ ਹੋਇਆ ਮੇਰੇ ਮਾਊਸ ਉੱਪਰ ਲੈ ਕੇ ਜਾਣ 'ਤੇ, ਆਹ ਦੇਖੋ ਇਹ ਜਿਹੜਾ ਪੋਰਸ਼ਨ ਹੈ ਸਾਰਾ ਪੋਰਸ਼ਨ ਇਹ ਕੀ ਹੈ, ਇਹ ਸੈੱਲ ਦਾ ਨਿਊਕਲੀਅਸ ਹੈ। ਇਹਦੇ ਵਿੱਚ ਅੱਗੇ ਕੀ ਹੁੰਦਾ ਹੈਗਾ, ਅੱਗੇ ਇਹਦੇ ਵਿੱਚ ਇੱਕ ਧਾਗਿਆਂ ਦੀ ਤਰ੍ਹਾਂ ਇੱਕ ਸੰਰਚਨਾ ਬਣੀ ਹੋਈ ਹੈ, ਇਹਨੂੰ ਬੋਲਦੇ ਆਪਾਂ ਕ੍ਰੋਮੋਜ਼ੋਮ। ਤੁਸੀਂ ਆਹ ਦੇਖ ਸਕਦੇ ਹੋ, ਇਹਨੂੰ ਬੋਲਦੇ ਆਪਾਂ ਕ੍ਰੋਮੋਜ਼ੋਮ। ਦੇਖੋ ਇਹਨੂੰ ਆਪਾਂ ਜ਼ੂਮ ਕਰਾਂਗੇ, ਇਹ ਕ੍ਰੋਮੋਜ਼ੋਮ ਹੁੰਦੇ ਹੈ। ਠੀਕ ਹੈ, ਜਿਹੜੀਆਂ ਇਹਦੇ ਵਿੱਚ ਸ਼ੇਪਸ ਨੇ ਅੱਗੇ, ਆਹ ਦੇਖੋ ਤੁਹਾਨੂੰ ਮੈਂ ਦੁਬਾਰਾ ਪਿਕਚਰ ਦਿਖਾਉਣਾ, ਇਹਦੇ ਵਿੱਚ ਆਹ ਦੇਖੋ, ਇਹਨੂੰ ਆਪਾਂ ਕਲਿੱਕ ਕਰਾਂਗੇ ਇਹ ਜ਼ੂਮ ਹੋ ਜੂਗੀ। ਇਹਦੇ ਵਿੱਚ ਜਿਹੜੀ ਆਹ ਚੀਜ਼ਾਂ ਬਣੀਆਂ ਹੋਈਆਂ ਨੇ ਇਹਦੇ DNA ਹੁੰਦਾ, DNA ਆ ਰਹੇ ਨੇ, ਇਹਦੇ ਵਿੱਚ ਜੀਨਸ ਹੁੰਦੇ ਨੇ, ਗੁਣਸੂਤਰ ਜਿਹਨੂੰ ਕਹਿੰਦੇ ਹਾਂ ਆਪਾਂ। ਗੁਣਸੂਤਰ ਦਾ ਮਤਲਬ ਕੰਮ ਕੀ ਹੈ, ਜਿਵੇਂ ਕੋਈ ਪੇਰੈਂਟ ਹੈ, ਉਹਦੇ ਜਿਹੜੇ ਬੱਚੇ ਹੁੰਦੇ ਨੇ ਉਹਦੀ ਸ਼ਕਲਾਂ ਸੇਮ ਹੁੰਦੀਆਂ, ਮਿਲਦੀਆਂ ਜੁਲਦੀਆਂ ਹੁੰਦੀਆਂ ਨੇ ਥੋੜ੍ਹੀਆਂ ਬਹੁਤ। ਠੀਕ ਹੈ ਜੀ, ਉਹਨਾਂ ਦੀ ਸ਼ਕਲਾਂ ਆਪਸ 'ਚ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਉਹ ਕਿਉਂਕਿ ਜਿਹੜੇ ਜੀਨਸ ਹੁੰਦੇ ਨੇ ਉਹ ਆਪਣੇ ਪੇਰੈਂਟਸ ਦੇ ਜਿਹੜੇ ਪੇਰੈਂਟਸ ਦੇ ਗੁਣ ਹੁੰਦੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਵਿੱਚ ਟਰਾਂਸਫਰ ਕਰਦੇ ਨੇ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਸ਼ਕਲ ਹੈ, ਉਹਨਾਂ ਦਾ ਜਿਹੜਾ ਸੁਭਾਅ ਹੁੰਦਾ ਥੋੜ੍ਹਾ ਬਹੁਤ, ਉਹਨਾਂ ਦੀ ਸ਼ਕਲ ਸੂਰਤ ਕੁਛ ਨਾ ਕੁਛ ਆਪਣੇ ਪੇਰੈਂਟਸ ਨਾਲ ਮਿਲਦਾ ਹੁੰਦਾ। ਉਹ ਕਿਹਦੇ ਕਰਕੇ ਹੁੰਦਾ, ਜੀਨਸ ਕਰਕੇ। ਹਾਂਜੀ, ਅੱਗੇ ਤੁਸੀਂ ਇਹਨੂੰ ਪੰਜਾਬੀ ਦੇ ਵਿੱਚ ਸਾਰਾ ਪੜ੍ਹ ਸਕਦੇ ਹੋਗੇ, ਤੁਹਾਡੀ NCERT ਦੀ ਬੁੱਕ ਦੇ ਜਿਹੜੀ ਤੁਹਾਡੀ ਪੰਜਾਬ ਬੋਰਡ ਦੀ ਬੁੱਕ ਹੈ ਉਹਦੇ ਸਾਰੇ ਨੋਟਸ ਨੇ, ਉਹ ਸਾਰਾ ਕੁਝ ਲਿਖਿਆ ਹੋਇਆ ਜੀ। ਇਸ ਤੋਂ ਬਾਅਦ ਆ ਗਿਆ ਆਪਾਂ ਜੀਨ ਬਾਰੇ ਪੜ੍ਹ ਚੁੱਕੇ। ਜੀਨ ਕੀ ਹੁੰਦੇ ਨੇ, ਇੱਕ ਵਾਰ ਆਪਾਂ ਦੁਬਾਰਾ ਇਹਨੂੰ ਥੋੜ੍ਹਾ ਜਿਹਾ ਪੜ੍ਹ ਲਈਏ। ਜੀਨ ਅਨੁਵਾਂਸ਼ਿਕ ਗੁਣਾਂ ਦੀ ਇੱਕ ਇਕਾਈ ਹੈ। ਅਨੁਵਾਂਸ਼ਿਕ ਗੁਣ ਜਿਹੜੇ ਆਪਾਂ ਨੂੰ ਆਪਣੇ ਫਾਦਰ ਮਦਰ ਤੋਂ ਪ੍ਰਾਪਤ ਹੁੰਦੇ ਨੇ, ਇਹ ਕਿੱਥੋਂ ਟਰਾਂਸਫਰ ਹੁੰਦੇ ਨੇ, ਜਨਕ ਤੋਂ ਸੰਤਾਨ ਤੱਕ। ਜਿਹੜਾ ਪੈਦਾ ਕਰਦਾ ਉਹ ਜਨਕ ਅਤੇ ਸੰਤਾਨ ਉਹਨਾਂ ਦੇ ਬੱਚੇ, ਉਹਦੇ ਵਿੱਚ ਟਰਾਂਸਫਰ ਹੁੰਦੇ ਨੇ, ਵਿੱਚ ਅਨੁਵਾਂਸ਼ਿਕ ਗੁਣਾਂ ਦੇ ਸਥਾਨਾਂਤਰਨ ਨੂੰ ਕੰਟਰੋਲ ਰੱਖਦੇ ਹਨ। ਇਸ ਦਾ ਭਾਵ ਹੈ ਕਿ ਤੁਹਾਡੇ ਮਾਤਾ ਪਿਤਾ ਦੇ ਕੁਝ ਗੁਣ ਉਹਨਾਂ ਤੋਂ ਤੁਹਾਨੂੰ ਪ੍ਰਾਪਤ ਹੋਏ ਹਨ। ਜੇਕਰ ਤੁਹਾਡੇ ਪਿਤਾ ਜੀ ਦੀਆਂ ਅੱਖਾਂ ਦਾ ਰੰਗ ਭੂਰਾ ਹੈ ਤਾਂ ਸੰਭਵ ਹੈ ਕਿ ਤੁਹਾਡੀਆਂ ਅੱਖਾਂ ਦਾ ਰੰਗ ਵੀ ਭੂਰਾ ਹੋਵੇ, ਪਰ ਕਈ ਵਾਰੀ ਸੇਮ ਵੀ ਨਹੀਂ ਹੋਣਗੇ, ਕਈ ਵਾਰੀ ਬਿਲਕੁਲ ਡਿਫਰੈਂਟ ਹੁੰਦੇ ਨੇ। ਠੀਕ ਹੈ ਜੀ, ਤੁਹਾਡੀ ਮਾਤਾ ਜੀ ਦੇ ਵਾਲ ਘੁੰਘਰਾਲੇ ਹਨ ਤਾਂ ਤੁਹਾਡੇ ਵਾਲ ਘੁੰਘਰਾਲੇ ਹੋ ਸਕਦੇ ਹਨ। ਮਤਲਬ ਕਿ ਕਾਫੀ ਸਾਰੇ ਜਿਹੜੇ ਗੁਣ ਨੇ ਉਹ ਸੇਮ ਹੋ ਸਕਦੇ ਨੇ। ਇਹ ਜੀਨਸ ਹੁੰਦੇ ਨੇ, ਕਿਹਦੇ ਵਿੱਚ ਹੁੰਦੇ ਨੇ, ਨਿਊਕਲੀਅਸ ਦੇ ਵਿੱਚ। ਨਿਊਕਲੀਅਸ ਦੇ ਵਿੱਚ ਦੋ ਪਾਰਟ ਹੁੰਦੇ ਨੇ, DNA ਆ ਰਹੇ ਨੇ, ਉਹਦੇ ਵਿੱਚ ਅੱਗੇ ਜੀਨਸ ਹੁੰਦੇ ਨੇ। ਹਾਂਜੀ, ਆਪਾਂ ਅੱਗੇ ਦੇਖਦੇ ਹਾਂਗੇ। ਤਾਂ ਹੁਣ ਨਿਊਕਲੀਅਸ ਦਾ ਕੰਮ ਕੀ ਹੋ ਗਿਆ, ਜਿਹੜੇ ਅਨੁਵਾਂਸ਼ਿਕ ਗੁਣ ਨੇ ਹੈਗੇ, ਜਿਹੜੇ ਪੇਰੈਂਟਸ ਦੇ ਗੁਣ ਹੁੰਦੇ ਨੇ ਉਹਨਾਂ ਨੂੰ ਟਰਾਂਸਫਰ ਕਰਨਾ। ਇਸ ਤੋਂ ਇਲਾਵਾ ਹੋਰ ਕੀ ਕਰਦਾ ਇਹ ਸੈੱਲ ਨੂੰ ਕੰਟਰੋਲ ਕਰਦਾ ਪੂਰੇ ਨੂੰ, ਮਤਲਬ ਕਿ ਉਹਦਾ ਇੱਕ ਤਰ੍ਹਾਂ ਦਾ ਦਿਮਾਗ ਕਹਿ ਸਕਦੇ ਹਾਂ ਆਪਾਂ, ਉਹਨੂੰ ਕੰਟਰੋਲ ਕਰਦਾ। ਕੰਟਰੋਲ ਸੈਂਟਰ ਆਫ ਐਕਟੀਵਿਟੀਜ਼ ਆਫ ਦਾ ਸੈੱਲ। ਦਾ ਇੰਟਾਇਰ ਕੰਟੈਂਟ ਆਫ ਦਾ ਲਿਵਿੰਗ ਸੈੱਲ ਇਜ਼ ਨੋਨ ਐਜ਼ ਪ੍ਰੋਟੋਪਲਾਜ਼ਮ। ਠੀਕ ਹੈ ਜੀ, ਉਸ ਤੋਂ ਬਾਅਦ 'ਚ ਇਟ ਇਨਕਲੂਡਸ ਦਾ ਸਾਈਟੋਪਲਾਜ਼ਮ ਐਂਡ ਦਾ ਨਿਊਕਲੀਅਸ। ਹੁਣ ਜਿਹੜਾ ਪ੍ਰੋਟੋਪਲਾਜ਼ਮ ਹੁੰਦਾ ਹੈਗਾ, ਪ੍ਰੋਟੋਪਲਾਜ਼ਮ ਇਜ਼ ਕਾਲਡ ਦਾ ਲਿਵਿੰਗ ਸਬਸਟਾਂਸ ਆਫ ਦਾ ਸੈੱਲ। ਹੁਣ ਦੇਖੋ ਜੀ, ਇਹਦੇ ਵਿੱਚ ਇਹਨਾਂ ਨੇ ਕੀ ਕਿਹਾ, ਕਹਿੰਦਾ ਅਨੁਵਾਂਸ਼ਿਕ ਗੁਣਾਂ ਤੋਂ ਸਥਾਨਾਂਤਰਨ ਕਰਨ ਤੋਂ ਇਲਾਵਾ ਇਹ ਹੋਰ ਕਿਰਿਆਵਾਂ ਨੂੰ ਵੀ ਕੰਟਰੋਲ ਰੱਖਦਾ ਹੈ। ਸੰਜੀਵ ਸੈੱਲਾਂ ਦੇ ਸਾਰੇ ਸੰਘਟਕਾਂ ਨੂੰ ਇਕੱਠਾ ਤੌਰ 'ਤੇ ਪ੍ਰੋਟੋਪਲਾਜ਼ਮ ਕਿਹਾ ਜਾਂਦਾ ਹੈ। ਜਿਹੜੇ ਸੈੱਲ ਦੇ ਸਾਰਾ ਕੁਝ ਹੋ ਗਿਆ ਉਹਨੂੰ ਕੀ ਕਿਹਾ ਜਾਂਦਾ, ਪ੍ਰੋਟੋਪਲਾਜ਼ਮ। ਜੀਵ ਦਰਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਤਲਬ ਕਿ ਇਹਦੇ ਵਿੱਚ ਕੀ ਹੋ ਗਿਆ, ਸੈੱਲ ਦਰਵ ਅਤੇ ਕੇਂਦਰਕ ਦੋਨੋਂ ਸ਼ਾਮਲ ਹੁੰਦੇ ਨੇ। ਹੁਣ ਦੇਖੋ, ਜਿਵੇਂ ਸੈੱਲ ਸੀ ਆਪਣੇ ਕੋਲੇ, ਇਹਦੇ ਵਿੱਚ ਕੇਂਦਰਕ ਸੀਗਾ, ਤਾਂ ਆਹ ਇੰਨੇ ਕੁ ਪੋਰਸ਼ਨ ਨੂੰ, ਇਹਦੀ ਜਿਹੜੀ ਅੰਦਰਲੀ ਬਾਊਂਡਰੀ ਹੈ,
ਇਹਨੂੰ ਪ੍ਰੋਟੋਪਲਾਜ਼ਮ ਕਿਹਾ ਜਾਂਦਾ। ਇਹਦੇ ਵਿੱਚ ਕੀ ਆ ਗਿਆ, ਜਿਹੜਾ ਦਰਵ ਹੈ ਉਹ ਵੀ ਆ ਗਿਆ ਤੇ ਜਿਹੜਾ ਨਿਊਕਲੀਅਸ ਉਹ ਵੀ ਆ ਗਿਆ, ਠੀਕ ਹੈ, ਜਿਹਨੂੰ ਕੀ ਬੋਲਿਆ ਜਾਂਦਾ, ਪ੍ਰੋਟੋਪਲਾਜ਼ਮ। ਜੀਵ ਦਰਵ ਸੈੱਲ ਦਾ ਜੀਵਿਤ ਪਦਾਰਥ ਕਮਾਉਂਦਾ ਹੈ, ਮਤਲਬ ਕਿ ਜੇ ਇਹਦੇ ਵਿੱਚ ਜਾਨ ਹੋਊਗੀ ਤਾਂ ਇਹ ਜਿਹੜਾ ਸੈੱਲ ਹੈ ਉਹ ਜੀਵਿਤ ਹੈ, ਨਹੀਂ ਉਹ ਡੈੱਡ ਹੋ ਜਾਂਦਾ। The nucleus of the bacterial cell is not well organized like the cells of multicellular organism. There is no nuclear membrane. The cell have nuclear material without nuclear membrane are termed prokaryotic cell. ਇਸ ਤੋਂ ਇਲਾਵਾ ਜਿਹੜੇ ਬੈਕਟੀਰੀਆ ਹੁੰਦੇ ਨੇ, ਜਿਹੜੇ ਉਹਨਾਂ ਦੇ ਸੈੱਲ ਹੁੰਦੇ ਨੇ ਉਹ ਕੀ ਹੁੰਦੇ ਨੇ, ਉਹ ਨੋਟ ਵੈਲ ਆਰਗੇਨਾਈਜ਼ਡ ਹੁੰਦੇ ਨੇ, ਮਤਲਬ ਕਿ ਉਹਨਾਂ ਵਿੱਚ ਜਿਹੜਾ ਨਿਊਕਲੀਅਸ ਹੈ ਉਹ ਫਿਕਸ ਨਹੀਂ ਹੁੰਦਾ, ਮਤਲਬ ਕਿ ਉਹ ਇੱਕ ਪ੍ਰੋਪਰ ਸਟਰਕਚਰ ਨਹੀਂ ਉਹਨਾਂ ਦਾ ਬਣਿਆ ਹੁੰਦਾ। ਜਿਵੇਂ ਕਿ ਆਪਾਂ ਨੇ ਪਿਆਜ਼ ਦੇ ਸੈੱਲ ਦੇਖੇ ਸੀ, ਜਿਹੜਾ ਉੱਪਰ ਸੈੱਲ ਦੇਖੇ ਸੀਗੇ, ਜਿਹੜੇ ਆਪਾਂ ਗਲ ਦੇ ਸੈੱਲ ਦੇਖੇ ਸੀਗੇ, ਇਹਦੇ ਵਿੱਚ ਪ੍ਰੋਪਰ ਕੀ ਹੁੰਦਾ, ਉਹ ਬਣਿਆ ਹੁੰਦਾ ਨਿਊਕਲੀਅਸ ਹੁੰਦਾ ਤੇ ਸਾਰੀ ਵੈਲ ਡਿਫਾਈਨਡ ਸ਼ੇਪ ਹੁੰਦੀ ਹੈ। ਤਾਂ ਜਿਨ੍ਹਾਂ ਦੇ ਵਿੱਚ ਵੈਲ ਡਿਫਾਈਨਡ ਸ਼ੇਪ ਨਹੀਂ ਹੁੰਦੀ, ਠੀਕ ਹੈ ਜੀ, ਦਾ ਸੈਲਸ ਹੈਵਿੰਗ ਨਿਊਕਲੀਅਰ ਮਟੀਰੀਅਲ ਵਿਦਾਊਟ ਨਿਊਕਲੀਅਰ ਮੈਂਬਰੇਨ ਆਰ ਟਰਮਡ ਐਜ਼ ਪ੍ਰੋਕੈਰੀਓਟਿਕ ਸੈੱਲ। ਮਤਲਬ ਕਿ ਆਪਾਂ ਨੇ ਕੀ ਪੜ੍ਹਿਆ ਸੀਗਾ, ਆਹ ਸੈੱਲ ਹੈ, ਇਹਦੇ ਵਿੱਚ ਕੀ ਹੈ, ਨਿਊਕਲੀਅਸ ਹੈ, ਆਹ ਨਿਊਕਲੀਅਸ ਦੀ ਵਾਲ ਹੋ ਗਈ, ਸੈੱਲ ਵਾਲ। ਇਹ ਕੀ ਹੁੰਦੀ ਹੈ, ਇਹ ਹੁੰਦੀ ਨਹੀਂ ਹੈਗੀ ਚੰਗੀ ਤਰ੍ਹਾਂ, ਮਤਲਬ ਕਿ ਮਿਕਸਅਪ ਜਿਹਾ ਹੁੰਦਾ ਇਹ ਪ੍ਰੋਪਰ ਨਹੀਂ ਹੁੰਦੀ ਇਹ। ਤਾਂ ਇਹਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਹ ਵੈਲ ਡਿਫਾਈਨਡ ਨਹੀਂ ਹੁੰਦਾ ਹੈਗਾ, ਤਾਂ ਇਸ ਨੂੰ ਬੋਲਦੇ ਆਪਾਂ ਪ੍ਰੋਕੈਰੀਓਟਿਕ ਸੈੱਲ। ਇਹਦਾ ਮਤਲਬ ਕੀ ਹੁੰਦਾ, ਪ੍ਰੋ ਮਤਲਬ ਪ੍ਰਿਮਿਟਿਵ, ਇਹਦਾ ਮਤਲਬ ਹੁੰਦਾ ਨਿਊਕਲੀਅਸ। ਜਿਹਦੇ ਵਿੱਚ ਨਿਊਕਲੀਅਸ ਵੈਲ ਡਿਫਾਈਨਡ ਨਹੀਂ ਹੁੰਦਾ ਉਹਨੂੰ ਬੋਲਿਆ ਜਾਂਦਾ ਪ੍ਰੋਕੈਰੀਓਟਿਕ ਸੈੱਲ। ਤਾਂ ਜਿਹਦੇ ਵਿੱਚ ਜਿਹੜਾ, ਜਿਵੇਂ ਇਹਦੀਆਂ ਐਗਜ਼ਾਮਪਲ ਆਪਾਂ ਲਈਆਂ ਸੀ ਬੈਕਟੀਰੀਆ ਅਤੇ ਬਲੂ ਗ੍ਰੀਨ ਐਲਗੀ, ਇਹਦੇ ਵਿੱਚ ਕੀ ਹੁੰਦਾ, ਜਿਹੜੇ ਇਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਹੈ ਉਹਦੀ ਜਿਹੜੀ ਮੈਂਬਰੇਨ ਹੁੰਦੀ ਹੈ, ਮਤਲਬ ਜਿਹੜੀ ਦੀਵਾਰ ਹੁੰਦੀ ਹੈ ਉਹ ਵੈਲ ਡਿਫਾਈਨਡ ਨਹੀਂ ਹੁੰਦੀ, ਮਤਲਬ ਕਿ ਮਿਕਸਅਪ 'ਚ ਹੀ ਹੁੰਦੀ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਦਾ ਸੈੱਲ ਲਾਈਕ ਓਨੀਅਨ ਸੈੱਲ ਐਂਡ ਚੀਕ ਸੈੱਲ, ਇਹਨਾਂ ਦਾ ਵੈਲ ਆਰਗੇਨਾਈਜ਼ਡ ਨਿਊਕਲੀਅਸ ਸੀਗਾ ਵਿਦ ਨਿਊਕਲੀਅਸ ਮੈਂਬਰੇਨ ਆਰ ਡਿਜ਼ਾਈਨੇਟਡ ਐਜ਼ ਯੂਕੈਰੀਓਟਿਕ ਸੈੱਲਸ। ਇਹਦਾ ਮਤਲਬ ਹੁੰਦਾ ਟਰੂ ਯੂਕੈਰੀਓਟਿਕ, GEU ਦਾ ਮਤਲਬ ਹੁੰਦਾ ਟਰੂ, ਮਤਲਬ ਕਿ ਇਹਦੇ ਜਿਹੜਾ ਨਿਊਕਲੀਅਸ ਹੁੰਦਾ ਉਹ ਬਿਲਕੁਲ ਸਾਫ਼ ਦਿਖਦਾ ਹੁੰਦਾ, ਟਰੂ ਨਿਊਕਲੀਅਸ। ਇਸ ਕਰਕੇ ਇਹਨੂੰ ਬੋਲਿਆ ਜਾਂਦਾ ਯੂਕੈਰੀਓਟਿਕ। ਜਿਹਦੇ ਵਿੱਚ ਨਿਊਕਲੀਅਸ ਵੈਲ ਡਿਫਾਈਨਡ ਨਹੀਂ ਹੁੰਦਾ ਉਹਨੂੰ ਬੋਲਿਆ ਜਾਂਦਾ ਪ੍ਰੋਕੈਰੀਓਟਿਕ ਸੈੱਲਸ, ਠੀਕ ਹੈ ਜੀ। ਮਤਲਬ ਕਿ ਇਹਦੇ ਵਿੱਚ ਸੈੱਲ ਜਿਹੜੀ ਨਿਊਕਲੀਅਸ ਮੈਂਬਰੇਨ ਹੈ ਉਹ ਐਬਸੈਂਟ ਹੁੰਦੀ ਹੈ, ਇਹੀ ਫਰਕ ਹੁੰਦਾ ਬਸ। ਯੂਕੈਰੀਓਟਿਕ ਦੇ ਵਿੱਚ ਜਿਹੜੀ ਮੈਂਬਰੇਨ ਹੁੰਦੀ ਹੈ ਉਹ ਵੈਲ ਡਿਫਾਈਨਡ ਹੁੰਦੀ ਹੈ, ਅਤੇ ਜਿਹੜਾ ਆਪਾਂ ਉੱਪਰਲੀ ਟਾਈਪ ਪੜ੍ਹੀ ਹੈ ਪ੍ਰੋਕੈਰੀਓਟਿਕ ਦੇ ਵਿੱਚ ਜਿਹੜੀ ਮੈਂਬਰੇਨ ਉਹ ਵੈਲ ਡਿਫਾਈਨਡ ਨਹੀਂ ਹੁੰਦੀ। ਇਹ ਸਾਰਾ ਪੰਜਾਬੀ ਵਿੱਚ ਲਿਖਿਆ ਹੋਇਆ। ਜੀਵਾਣੂ ਸੈੱਲ ਦਾ ਕੇਂਦਰਕ ਬਹੁਸੈਲੀ ਜੀਵਾਂ ਦੇ ਕੇਂਦਰਕ ਦੀ ਤਰ੍ਹਾਂ ਸੰਗਠਿਤ ਨਹੀਂ ਹੁੰਦਾ, ਇਸ ਵਿੱਚ ਕੇਂਦਰਕ ਝਿੱਲੀ ਨਹੀਂ ਹੁੰਦੀ, ਕੇਂਦਰਕ ਝਿੱਲੀ ਹੁੰਦੀ ਹੈ ਨਿਊਕਲੀਅਰ ਮੈਂਬਰੇਨ। ਅਜਿਹਾ ਸੈੱਲ ਜਿਨ੍ਹਾਂ ਦਾ ਕੇਂਦਰਕ ਦਰਵ ਕੇਂਦਰਕ ਪਦਾਰਥ ਕੇਂਦਰਕ ਝਿੱਲੀ ਤੋਂ ਰਹਿਤ ਹੁੰਦਾ ਹੈ ਪ੍ਰੋਕੈਰੀਓਟਿਕ ਸੈੱਲ ਕਹਾਉਂਦਾ ਹੈ, ਠੀਕ ਹੈ ਜੀ। ਤੁਸੀਂ ਇਹਨੂੰ ਬਾਰ-ਬਾਰ ਸਮਝ ਕੇ ਇਸ ਲਾਈਨ ਨੂੰ ਸਮਝ ਸਕਦੇ ਹੋਗੇ। ਅੱਗੇ ਦੇਖੋ ਜੀ, ਵਾਈਲ ਓਬਜ਼ਰਵਿੰਗ ਦਾ ਓਨੀਅਨ ਸੈੱਲ ਅੰਡਰ ਮਾਈਕਰੋਸਕੋਪ। ਹੁਣ ਜਦੋਂ ਆਪਾਂ ਓਨੀਅਨ ਸੈੱਲ ਨੂੰ ਦੇਖਦੇ ਹਾਂ ਮਾਈਕਰੋਸਕੋਪ ਦੇ ਅੰਡਰ, ਤਾਂ ਆਪਾਂ ਨੂੰ ਕੁਝ ਪੋਰਸ਼ਨ ਦਿਖਦਾ, ਇਹ ਆਪਾਂ ਪਿਕਚਰ ਦੇਖਦੇ ਹਾਂ ਆਪਾਂ ਬੁੱਕ ਦੇ ਵਿੱਚ। ਹਾਂਜੀ, ਜਿਵੇਂ ਹੁਣ ਆਪਾਂ ਪੜ੍ਹ ਰਹੇ ਹਾਂ ਕਿ ਜਿਹੜੇ ਵਾਈਲ ਓਬਜ਼ਰਵਿੰਗ ਦਾ ਓਨੀਅਨ ਸੈੱਲ ਅੰਡਰ ਮਾਈਕਰੋਸਕੋਪ, ਜਦੋਂ ਆਪਾਂ ਓਨੀਅਨ ਸੈੱਲ ਨੂੰ ਦੇਖਦੇ ਹਾਂ ਉਹਦੇ ਵਿੱਚ ਆਪਾਂ ਨੂੰ ਕੀ ਦਿਖੂਗਾ, ਨੋਟਿਸ ਕਰਾਂਗੇ ਆਪਾਂ ਬਲੈਕ ਲੁਕਿੰਗ ਸਟਰਕਚਰ ਹੁੰਦੇ ਨੇ ਸਾਈਟੋਪਲਾਜ਼ਮ ਦੇ ਵਿੱਚ, ਉਹਨੂੰ ਬੋਲਿਆ ਜਾਂਦਾ ਵੈਕੂਲੇ। ਵੈਕਿਊਲ। It could be single and big as in the onion cell. Check cell have smaller vacuoles. Large vacuoles are common in the plant cell. Vacuoles in the animal cell are much smaller. ਹੁਣ ਇਹਦੇ ਵਿੱਚ ਆ ਦੇਖੋ ਜੀ, ਆ ਤਾਂ ਹੈਗਾ ਪਲਾਂਟ ਸੈੱਲ, ਜਿਹੜੀ ਆ ਪਿਕਚਰ ਦਿਖਾਈ ਹੋਈ ਹੈ ਇਹ ਤਾਂ ਹੈਗਾ ਪਲਾਂਟ ਸੈੱਲ, ਆ ਹੈਗਾ ਆਪਣੇ ਕੋਲੇ ਐਨੀਮਲ ਸੈੱਲ, ਆ ਤਾਂ ਹੈਗਾ, ਇਹ ਹੈਗਾ ਐਨੀਮਲ ਸੈੱਲ, ਇਹ ਹੈਗਾ ਪਲਾਂਟ ਸੈੱਲ। ਤਾਂ ਇਸ ਤਰੀਕੇ ਨਾਲ ਆਪਾਂ ਨੂੰ ਦੇਖਾਂਗੇ। ਆ ਦੇਖੋ ਇਹਦੇ ਵਿੱਚ ਜਿਹੜਾ ਵੈਕਿਊਲ ਹੈ ਉਹ ਬਹੁਤ ਜ਼ਿਆਦਾ ਬੜਾ ਹੈ, ਇਹ ਹੈਗਾ ਪਲਾਂਟ ਸੈੱਲ, ਏ ਪਾਰਟ ਪਲਾਂਟ ਸੈੱਲ, ਇਹ ਹੈਗਾ ਐਨੀਮਲ ਸੈੱਲ, ਇਹਦੇ ਵਿੱਚ ਬਹੁਤ ਛੋਟੇ ਹੁੰਦੇ ਨੇ, ਠੀਕ ਹੈ ਜੀ। ਇਸ ਤਰੀਕੇ ਨਾਲ ਹੁੰਦੇ ਨੇ ਇਹ। ਅੱਗੇ ਦੇਖਦੇ ਹਾਂ ਆਪਾਂ। ਇਸ ਤੋਂ ਇਲਾਵਾ ਕੀ ਦਿੱਤਾ ਹੋਇਆ, ਲਾਰਜ ਵੈਕਿਊਲਸ ਆਰ ਕਾਮਨ ਇਨ ਪਲਾਂਟ ਸੈੱਲ, ਵੈਕਿਊਲਸ ਆਰ ਐਨੀਮਲ ਸੈੱਲ ਆਰ ਮਚ ਸਮਾਲਰ। ਇਸ ਤੋਂ ਬਾਅਦ ਦੇਖੋ ਜੀ ਨੈਕਸਟ ਇਹਦਾ ਜਿਹੜਾ ਟਾਈਪ ਹੈ, ਅਗਲੀ ਇਹ ਟੌਪਿਕ, ਯੂ have noticed several small colored bodies in the cytoplasm। ਦੇਖੋ ਜੀ, ਹੁਣ ਇਹਨਾਂ ਨੇ ਕੀ ਕਿਹਾ, ਕਹਿੰਦਾ ਕੁਝ ਹੋਰ ਤਰ੍ਹਾਂ ਦੀਆਂ, ਕਹਿੰਦਾ ਕੁਝ ਰੰਗ ਬਿਰੰਗੀਆਂ ਕੁਝ ਸੰਰਚਨਾਵਾਂ ਹੋਰ ਨੇ ਸਾਈਟੋਪਲਾਜ਼ਮ ਦੇ ਵਿੱਚ। ਕਿਹਦੇ ਵਿੱਚ? ਇਨ ਦਾ ਸੈੱਲ ਆਫ
ਟਰਾਂਡੈਸਕੈਂਟੀਆ ਲੀਫ, ਇੱਕ ਟਰਾਂਡੈਸਕੈਂਟੀਆ ਲੀਫ ਹੈ, ਉਹਦੇ ਵਿੱਚ ਕੁਝ ਸੰਰਚਨਾਵਾਂ ਹੁੰਦੀਆਂ ਨੇ ਹੋਰ ਤਰੀਕੇ ਦੀਆਂ, ਠੀਕ ਹੈ ਜੀ। ਦੇ ਆਰ ਸਕੈਟਰਡ ਇਨ ਦਾ ਸਾਈਟੋਪਲਾਜ਼ਮ ਆਫ ਦਾ ਲੀਫ ਸੈੱਲ, ਉਹ ਸਾਈਟੋਪਲਾਜ਼ਮ ਦੇ ਵਿੱਚ ਹੁੰਦੀਆਂ ਨੇ, ਮਤਲਬ ਕਿ ਜਿਹੜਾ ਸੈੱਲ ਦਰਵ ਹੁੰਦਾ ਹੈ ਉਹਦੇ ਵਿੱਚ ਹੁੰਦੀਆਂ ਨੇ। ਮੈਂ ਸਾਨੂੰ ਦੱਸਦਾ ਪਿਕਚਰ ਦੇ ਵਿੱਚ। these are called plastids, they are of different colors, some of them contain green pigment called chlorophyll। ਦੇਖੋ ਜੀ ਇਹਦੇ ਵਿੱਚ ਕੀ ਚੀਜ਼ ਹੈ ਆਪਣੇ ਕੋਲ, ਇਹ ਹੈਗਾ ਪਲਾਂਟ ਸੈੱਲ, ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੰਰਚਨਾਵਾਂ ਨੇ ਹਰੀਆਂ ਹਰੀਆਂ, ਆ ਤੁਸੀਂ ਦੇਖ ਸਕਦੇ ਹੋ ਪਲਾਂਟ ਸੈੱਲ ਦੇ ਵਿੱਚ ਆ ਹਰੀਆਂ ਹਰੀਆਂ ਚੀਜ਼ਾਂ ਨੇ। ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ, ਇਹਨਾਂ ਨੂੰ ਕੀ ਬੋਲਿਆ ਜਾਂਦਾ, ਪਲਾਸਟਿਡ, ਠੀਕ ਹੈ ਜੀ। ਇਹਨਾਂ ਦਾ ਰੰਗ ਹਰਾ ਹੁੰਦਾ, ਇਹਨਾਂ ਨੂੰ ਬੋਲਿਆ ਜਾਂਦਾ ਕਲੋਰੋਪਲਾਸਟ। ਇਹੀ ਚੀਜ਼ ਪ੍ਰਕਾਸ਼ ਸੰਸਲੇਸ਼ਨ ਦੇ ਵਿੱਚ ਪੌਦਿਆਂ ਦੀ ਹੈਲਪ ਕਰਦੀ ਹੈ, ਠੀਕ ਹੈ ਜੀ। ਤਾਂ ਠੀਕ ਹੈ ਜੀ, ਆਪਾਂ ਨੇ ਪੜ੍ਹਿਆ ਸੀਗਾ 7th ਕਲਾਸ ਦੇ ਵਿੱਚ ਜਿਹੜੇ ਕਲੋਰੋਫਿਲ ਹੁੰਦਾ, ਅਤੇ ਕਲੋਰੋਫਿਲ ਕਿੱਥੋਂ ਆਉਂਦਾ, ਇਹ ਕਲੋਰੋਪਲਾਸਟ ਹੁੰਦਾ ਹੈ ਪੱਤਿਆਂ ਦਾ, ਇਹਦੇ ਨਾਲ ਹੀ ਫੋਟੋਸਿੰਥੇਸਿਸ ਦੀ ਕਿਰਿਆ ਹੁੰਦੀ ਹੈ। ਤਾਂ ਠੀਕ ਹੈ ਜੀ, ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਹੈ ਪੰਜਾਬੀ ਇੰਗਲਿਸ਼ ਦੇ ਵਿੱਚ। PDF ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਵਿੱਚ ਮਿਲ ਜੂਗੀ। ਤਾਂ ਆਪਣਾ ਇਹ ਚੈਪਟਰ ਕੰਪਲੀਟ ਹੁੰਦਾ ਜੀ। ਥੈਂਕ ਯੂ।